ਸਵਾਗਤ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਡੀਡੀ ਪੰਜਾਬੀ ਦੇ तमाम ਦਰਸ਼ਕਾਂ ਦਾ ਨਿੱਘਾ ਸਵਾਗਤ ਉਹਨਾਂ ਦੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ। ਦਰਸ਼ਕੋ, ਜਦੋਂ ਸਵੇਰੇ ਆਪਾਂ ਉੱਠਦੇ ਆ ਨਾ, ਸਵੇਰੇ ਉੱਠਦੇ ਸਾਰ ਹੀ ਸਾਨੂੰ ਪੰਛੀਆਂ ਦਾ ਚਹਿਕਣਾ ਸੁਣਾਈ ਦਿੰਦਾ ਹੈ ਔਰ ਹਵਾਵਾਂ ਦਾ ਮਹਿਕਣਾ ਜਿਹੜਾ ਉਹ ਅਸੀਂ ਮਹਿਸੂਸ ਕਰਦੇ ਹਾਂ। ਪੌ ਫਟਾਲੇ ਨੂੰ ਜਦੋਂ ਅਸੀਂ ਉੱਠ ਕੇ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਾਂ, ਠੰਡੀਆਂ ਠੰਡੀਆਂ ਮਿੱਠੀਆਂ ਮਿੱਠੀਆਂ ਹਵਾਵਾਂ ਜਦੋਂ ਸਾਨੂੰ ਗਲਵੱਕੜੀ ਦੇ ਵਿੱਚ ਲੈਂਦੀਆਂ ਨੇ, ਕਲਾਵੇ ਦੇ ਵਿੱਚ ਲੈਂਦੀਆਂ ਨੇ, ਤਾਂ ਜ਼ਿੰਦਗੀ ਬਹੁਤ ਹੀ ਖੂਬਸੂਰਤ ਲੱਗਦੀ ਹੈ। ਘਰ ਤੋਂ ਬਾਹਰ ਨਿਕਲਦੇ ਹਾਂ, ਸੈਰ ਨੂੰ ਜਾਂਦੇ ਹਾਂ, ਸੱਚਮੁੱਚ ਆਲਾ ਦੁਆਲਾ ਸਾਨੂੰ ਸੋਹਣਾ ਸੋਹਣਾ ਲੱਗਦਾ ਹੈ। ਜਿਵੇਂ ਜਿਵੇਂ ਦਿਨ ਚੜ੍ਹਦਾ ਹੈ, ਸੂਰਜ ਚੜ੍ਹਦਾ ਹੈ, ਫਿਰ ਦਿਨ ਦੁਪਹਿਰ ਬਣ ਜਾਂਦਾ ਹੈ, ਅਤੇ ਜਦੋਂ ਉਸ ਵੇਲੇ ਅਸੀਂ ਬਾਹਰ ਨਿਕਲਦੇ ਹਾਂ, ਥੋੜ੍ਹਾ ਜਿਹਾ ਦਮ ਘੁੱਟਦਾ ਘੁੱਟਦਾ ਮਹਿਸੂਸ ਹੁੰਦਾ ਹੈ। ਇਹ ਧੂੰਆਂ, ਇਹ ਬਹੁਤ ਹੋਰ ਚੀਜ਼ਾਂ ਜਿਹੜੀਆਂ ਸਾਡੀਆਂ ਹਵਾਵਾਂ ਦੇ ਵਿੱਚ ਮਿਲ ਗਈਆਂ ਨੇ, ਫਿਜ਼ਾਵਾਂ ਦੇ ਵਿੱਚ ਮਿਲ ਗਈਆਂ ਨੇ, ਉਹ ਸਾਨੂੰ ਕਿਤੇ ਕਿਤੇ ਇਸ ਤਰ੍ਹਾਂ ਕਰਨ 'ਤੇ ਮਜਬੂਰ ਕਰ ਦਿੰਦੀਆਂ ਨੇ, ਬਿਮਾਰ ਜਿਹੇ ਅਸੀਂ ਲੱਗਦੇ ਹਾਂ। ਅੱਜ ਇਸੇ ਹੀ ਵਿਸ਼ੇ ਨੂੰ ਲੈ ਕੇ ਅਸੀਂ ਗੱਲਾਂ ਬਾਤਾਂ ਕਰਨੀਆਂ ਕਿ ਸਾਡਾ ਇਹ ਵਾਤਾਵਰਨ ਜਿਹਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਜਿਹਦੇ ਵਿੱਚ ਅਸੀਂ ਜ਼ਿੰਦਗੀ ਭਾਲਦੇ ਹਾਂ, ਜੇਕਰ ਖੁਦ ਬਿਮਾਰ ਹੋ ਗਿਆ ਤਾਂ ਸਾਡਾ ਜੀਵਨ ਕਿਹੋ ਜਿਹਾ ਹੋਏਗਾ। ਬਿਮਾਰ ਵਾਤਾਵਰਨ, ਬਿਮਾਰ ਜੀਵਨ। ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਔਰ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਦੇ ਵਾਸਤੇ ਸਾਡੇ ਕੋਲ ਸਾਡੇ ਜਿਹੜੇ ਅੱਜ ਪ੍ਰੋਗਰਾਮ ਦੇ ਵਿੱਚ ਉਚੇਚੇ ਤੌਰ ਤੇ ਮਾਹਰ ਆਏ ਨੇ, ਉਹਨਾਂ ਦਾ ਰਸਮੀ ਤਾਰਫ ਤੁਹਾਡੇ ਨਾਲ ਕਰਵਾ ਦੇਵਾਂ। ਅੱਜ ਨੇ ਸਾਡੇ ਨਾਲ ਗੁਰਚਰਨ ਨੂਰਪੁਰ ਜੀ, ਜਿਹੜੇ ਬਹੁਤ ਵੱਡੇ ਸਾਹਿਤਕਾਰ ਨੇ। ਬਹੁਤ ਸਾਰੀਆਂ ਕਿਤਾਬਾਂ, ਲਗਭਗ 2 ਦਰਜਨ ਤੋਂ ਵਧੇਰੇ ਉਹਨਾਂ ਨੇ ਮਾਂ ਬੋਲੀ ਦੀ ਝੋਲੀ ਦੇ ਵਿੱਚ ਪਾਈਆਂ ਨੇ। ਬਹੁਤ ਵੱਡੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਉਹਨਾਂ ਦੇ ਆਰਟੀਕਲ ਆਮ ਆਪਾਂ ਛਪਦੇ ਪੜ੍ਹੇ ਨੇ, ਦੇਖੇ ਨੇ, ਔਰ ਉਹ ਗੁਰਚਰਨ ਨੂਰਪੁਰ ਜੀ ਅੱਜ ਸਾਡੇ ਨਾਲ ਨੇ। ਨੂਰਪੁਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਡੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਅਸੀਂ ਗੱਲ ਵਾਤਾਵਰਨ ਦੀ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਨੇੜਿਓਂ ਜਾਣ ਲਈਏ ਕਿ ਜਿਹੜਾ ਵਾਤਾਵਰਨ ਦਾ ਹੈ ਸਾਡੇ ਜੀਵਨ ਦੇ ਨਾਲ ਕੀ ਸੰਬੰਧ ਹੈ, ਕੀ ਨਾਤਾ ਹੈ। ਜੋਗੀ ਸਾਹਿਬ, ਬਿਮਾਰ ਵਾਤਾਵਰਨ ਵਿੱਚ ਤੰਦਰੁਸਤ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਾਡੇ ਜੀਵਨ ਦਾ ਜਿਹੜਾ ਭਾਵ ਹੈ ਉਹ ਸਾਡੀ ਸਿਹਤ ਤੋਂ ਹੁੰਦਾ ਹੈ, ਤੇ ਸਾਡੀ ਸਿਹਤ ਦਾ ਪਸਾਰ ਸਾਡੇ ਸਰੀਰ ਤੱਕ ਹੀ ਸੀਮਿਤ ਨਹੀਂ ਹੁੰਦਾ ਜੀ। ਸਾਡੀ ਇੱਕ ਸਰੀਰਕ ਸਿਹਤ ਹੈ ਜਿਹਨੂੰ ਅਸੀਂ ਬਹੁਤ ਗਿਣਤੀ ਜਿਹੜੀ ਸਮਾਜ ਦੀ ਉਹ ਸਰੀਰਕ ਸਿਹਤ ਨੂੰ ਹੀ ਵੇਖ ਕੇ ਚੱਲਦੀ ਹੈ। ਇੱਕ ਸਾਡੀ ਸਰੀਰਕ ਸਿਹਤ ਹੈ, ਇਸ ਤੋਂ ਅੱਗੇ ਸਾਡੀ ਇੱਕ ਮਾਨਸਿਕ ਸਿਹਤ ਹੈ ਜੀ। ਮਾਨਸਿਕ ਸਿਹਤ ਤੋਂ ਅੱਗੇ ਇੱਕ ਸਾਡੀ ਸਮਾਜਿਕ ਸਿਹਤ ਵੀ ਹੈ ਕਿ ਸਾਡੇ ਸਮਾਜ ਦੀ ਸਿਹਤ ਕਿਸ ਤਰ੍ਹਾਂ ਦੀ, ਉਸ ਤਰ੍ਹਾਂ ਦੀ ਸਾਡੀ ਸਿਹਤ ਹੋਏਗੀ। ਤੇ ਅਗਲੀ ਜਿਹੜੀ ਗੱਲ ਹੈ ਉਹ ਹੈ ਕਿ ਸਾਡੀ ਵਾਤਾਵਰਨ ਦੇ ਨਾਲ ਜੁੜੀ ਹੋਈ ਸਿਹਤ, ਸਾਡੇ ਆਲੇ ਦੁਆਲੇ ਨਾਲ ਜੁੜੀ ਹੋਈ ਸਾਡੀ ਤੰਦਰੁਸਤੀ, ਜਾਂ ਸਾਡਾ ਬਿਮਾਰ ਸ਼ਮਾਰ ਹੋਣਾ ਜਾਂ ਸਾਡਾ ਰੋਗੀ ਹੋਣਾ। ਸੋ ਜਿਸ ਅਸੀਂ ਕੁਦਰਤ ਦੇ ਪਸਾਰੇ ਦੇ ਵਿੱਚ ਅਸੀਂ ਰਹਿੰਦੇ ਹਾਂ, ਉਹਦੇ ਵਿੱਚ ਜੇ ਸਭ ਚੀਜ਼ਾਂ ਕੁਦਰਤ ਅਨੁਸਾਰ ਹੋਣਗੀਆਂ ਤੇ ਅਸੀਂ ਕੁਦਰਤ ਦੇ ਇਸ ਪਸਾਰੇ ਦੇ ਵਿੱਚ ਕੁਦਰਤੀ ਢੰਗ ਦੇ ਨਾਲ ਇਸ ਪਸਾਰੇ ਦੇ ਵਿੱਚ ਬਾਕੀ ਹੋਰ ਜੀਵ ਜੰਤੂ, ਰੁੱਖ ਪੌਦੇ, ਮਤਲਬ ਜਿਵੇਂ ਆਲੇ ਦੁਆਲੇ ਦੇ ਵਿੱਚ ਸਾਡਾ ਜਿਹੜਾ ਜੀਵਨ ਹੈ, ਜੇ ਉਹ ਸਾਰਾ ਕੁਝ ਠੀਕ ਹੋਏਗਾ ਤੇ ਸਾਡਾ ਜਿਹੜਾ ਜੀਵਨ ਹੈ ਉਹ ਠੀਕ ਹੋਣਾ ਹੈ। ਜੇ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਵਿਗਾੜ ਅਸੀਂ ਪੈਦਾ ਕਰ ਲਏ ਤੇ ਇਹ ਹੈ ਕਿ ਸਾਡਾ ਜਿਹੜਾ ਵਾਤਾਵਰਨ ਹੈ ਉਹ ਬਿਮਾਰ ਹੋ ਜਾਏਗਾ, ਤੇ ਜੇ ਬਿਮਾਰ ਵਾਤਾਵਰਨ ਹੋਏਗਾ ਤੇ ਉਹਦੇ ਵਿੱਚ ਅਸੀਂ ਵੀ ਤੰਦਰੁਸਤ ਨਹੀਂ ਰਹਿ ਸਕਾਂਗੇ। ਸੋ ਵਾਤਾਵਰਨ ਜਿਹੜਾ ਹੈ ਉਹ ਸਾਡੀ ਜ਼ਿੰਦਗੀ ਨੂੰ, ਸਾਡੇ ਜੀਵਨ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਹੈ। ਇਹ ਨਹੀਂ ਅਸੀਂ ਕਹਿ ਸਕਦੇ ਕਿ ਉਹ ਅਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਹੈ। ਵਾਤਾਵਰਨ ਤੋਂ ਅਸੀਂ ਸਿੱਧੇ ਤੌਰ ਤੇ ਪ੍ਰਭਾਵਿਤ ਹੁੰਦੇ ਹਾਂ ਜੀ। ਤੇ ਜਿਵੇਂ ਤੁਸੀਂ ਕਿਹਾ ਕਿ ਅਸੀਂ ਸਿੱਧੇ ਪ੍ਰਭਾਵਿਤ ਹੁੰਦੇ ਹਾਂ ਵਾਤਾਵਰਨ ਤੋਂ, ਔਰ ਅਜੋਕੇ ਸਮੇਂ ਦੇ ਵਿੱਚ ਵਾਤਾਵਰਨ ਸਾਰਿਆਂ ਨੂੰ ਪਤਾ ਹੀ ਕਿਹੋ ਜਿਹਾ ਹੈ ਕਿ ਜਿਹੋ ਜਿਹੇ ਵਾਤਾਵਰਨ ਦੇ ਵਿੱਚ ਅਸੀਂ ਰਹਿ ਰਹੇ ਹਾਂ ਅਜੋਕੇ ਸਮੇਂ ਦੇ ਵਿੱਚ, ਕਿ ਪਹਿਲਾਂ ਵੀ ਇਹੋ ਜਿਹਾ ਸੀ? ਪਹਿਲਾਂ ਵਾਤਾਵਰਨ ਤੇ ਹੁਣ ਦੇ ਵਾਤਾਵਰਨ ਦੇ ਵਿੱਚ ਕੀ ਫਰਕ, ਕੀ ਮਹਿਸੂਸ ਕਰਦੇ ਹੋ? ਚਰਨਜੀਤ ਜੀ, ਪਹਿਲਾਂ ਜਿਹੜਾ ਮਨੁੱਖ ਉਹ ਸ਼ਾਇਦ ਉਹਦੇ ਸੁਭਾਅ ਵਿੱਚ ਕੁਦਰਤੀਪਨ ਜ਼ਿਆਦਾ ਸੀ, ਤੇ ਅੱਜ ਜੇਕਰ ਅਸੀਂ ਇਹ ਕਹਿਣਾ ਹੋਵੇ ਕਿ 2 ਲਫ਼ਜ਼ਾਂ 'ਚ ਦੱਸਣਾ ਹੋਵੇ ਕਿ ਵਾਤਾਵਰਨ ਜਿਹੜਾ ਉਹ ਇੰਨਾ ਪਲੀਤ ਕਿਉਂ ਹੋ ਗਿਆ, ਤੇ ਆਪਾਂ ਕਹਾਂਗੇ ਕਿ ਉਹਦੇ ਪਿੱਛੇ ਮਨੁੱਖ ਦੀ ਲਾਲਚੀ ਮਨੋਬਿਰਤੀ ਹੈ ਜੀ। ਉਹ ਹਰ ਤਰ੍ਹਾਂ ਦੇ ਮਤਲਬ ਜਿਹੜੇ ਲਾਲਚ ਨੇ ਜਾਂ ਹਰ ਤਰ੍ਹਾਂ ਦੇ ਵਸਤਾਂ ਦੀ ਜਿਹੜੀ ਹੋੜ ਹੈ ਉਹ ਲਗਾਤਾਰ ਸਾਨੂੰ ਜਿਹੜਾ ਸਾਡੇ ਜੀਵਨ ਨੂੰ, ਸਾਡੇ ਆਲੇ ਦੁਆਲੇ ਨੂੰ, ਉਹ ਇੱਕ ਤਰ੍ਹਾਂ ਨਾਲ ਉਹਦੇ ਵਿੱਚ ਸਾਡਾ ਕੁਦਰਤੀ ਜਿਹੜਾ ਹੋਣਾ ਹੈ ਉਹਨੂੰ ਕਿਵੇਂ ਨਾ ਕਿਤੇ ਉਹ ਪ੍ਰਭਾਵਿਤ ਕਰ ਰਹੀ ਹੈ। ਮੈਂ ਕਹਿ ਦੇਵਾਂ ਕਿ ਜਿਵੇਂ ਇੱਕ ਅਸੀਂ ਕਮੀਜ਼ ਦਾ ਬਟਨ ਵੀ ਬਣਾਉਣੇ ਆ ਵਾਧੂ, ਤੇ ਉਹਦੇ ਲਈ ਵੀ ਵਾਤਾਵਰਨ ਦਾ ਕੁਝ ਹਿੱਸਾ ਜਿਹੜਾ ਬਰਬਾਦ ਹੁੰਦਾ ਹੈ। ਅਸੀਂ ਦੇਖਦੇ ਹਾਂ ਕਿ ਅੱਜ ਸਾਡੇ ਸਾਹਮਣੇ ਸਾਡੇ ਆਲੇ ਦੁਆਲੇ ਵਸਤਾਂ ਦਾ ਇੱਕ ਬੜਾ ਵੱਡਾ ਬਾਜ਼ਾਰ, ਬੜਾ ਵੱਡਾ ਜੰਗਲ ਜਿਹੜਾ ਹੈ ਉਹ ਸਾਡੇ ਆਲੇ ਦੁਆਲੇ ਉਸਰ ਗਿਆ।
ਉਹ ਮਨੁੱਖ ਦੀ ਲਾਲਚੀ ਮਨੋਬਿਰਤੀ ਕਰਕੇ ਆ। ਸ਼ਾਇਦ ਇੰਨੀਆਂ ਵਸਤਾਂ ਕਿਸੇ ਦੌਰ ਵਿੱਚ, ਕਿਸੇ ਯੁੱਗ ਵਿੱਚ ਨਹੀਂ ਹੋਣਗੀਆਂ ਜਿੰਨੀਆਂ ਅੱਜ ਦੇ ਦੌਰ ਵਿੱਚ ਮਨੁੱਖ ਦੇ ਆਲੇ ਦੁਆਲੇ ਵਸਤਾਂ ਦਾ ਇੱਕ ਬਹੁਤ ਵੱਡਾ ਬਾਜ਼ਾਰ ਹੈ, ਤੇ ਉਹਨੂੰ ਇੰਨੀਆਂ ਵਸਤਾਂ ਦੀ ਲੋੜ ਵੀ ਨਹੀਂ। ਜਦੋਂ ਇਹ ਜ਼ਿਆਦਾ ਪ੍ਰੋਡਕਸ਼ਨ ਕਰਦਾ ਹੈ ਸਭ ਚੀਜ਼ਾਂ ਦੀ, ਤੇ ਉਹਦੇ ਵਿੱਚ ਵੰਨ-ਸੁਵੰਨਤਾ ਪੈਦਾ ਕਰਕੇ ਬਾਜ਼ਾਰ ਨੂੰ ਹੋਰ ਜ਼ਿਆਦਾ ਲਿਸ਼ਕਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਤੇ ਉਹਦੇ ਨਾਲ ਵਾਤਾਵਰਣ ਜਿਹੜਾ ਹੈ ਉਹ ਵੱਡੀ ਤਾਦਾਦ ਦੇ ਵਿੱਚ ਵਾਤਾਵਰਣ ਦੀ ਤਬਾਹੀ ਹੁੰਦੀ ਹੈ, ਤੇ ਵਾਤਾਵਰਣ ਦੀ ਜਿਹੜੀ ਤਬਾਹੀ ਹੈ ਉਹ ਸਿੱਧੇ ਤੌਰ ਤੇ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਜੀ। ਔਰ ਜਿਵੇਂ ਤੁਸੀਂ ਦੱਸਿਆ ਕਿ ਸਾਡੇ ਆਲੇ ਦੁਆਲੇ ਪਦਾਰਥ ਹੀ ਪਦਾਰਥ ਹੋ ਗਏ ਨੇ, ਵਸਤਾਂ ਅਸੀਂ ਇਕੱਠੀਆਂ ਕਰ ਲਈਆਂ, ਕੁਦਰਤ ਦੇ ਨਾਲੋਂ ਨਿਖੜ ਕੇ ਅਸੀਂ ਰਹਿ ਗਏ ਹਾਂ। ਇਹ ਤਰੱਕੀ ਜਿਹੜੀ ਹੈ, ਇਹ ਜਿਹੜਾ ਅੱਗੇ ਅਸੀਂ ਵਧਦੇ ਹਾਂ, ਕਿੱਥੇ ਪੱਥਰਾਂ ਨੂੰ ਘਿਸਾ ਕੇ ਕਹਿੰਦੇ ਅੱਗ ਪੈਦਾ ਕੀਤੀ, ਉਸ ਤੋਂ ਬਾਅਦ ਫਿਰ ਮਾਚਿਸ ਦੀ ਤੀਲੀ ਆ ਗਈ, ਫਿਰ ਹੋਰ ਪਹੀਆ ਆ ਗਿਆ, ਐਸਾ ਪਹੀਆ ਲੱਗਿਆ, ਫਿਰ ਖੰਭ ਲੱਗ ਗਏ, ਖੰਭ ਲੱਭਣ ਤੋਂ ਬਾਅਦ ਬੰਦਾ ਬੜਾ ਫਾਸਟ ਹੋ ਗਿਆ, ਤੇਜ਼ ਹੋ ਗਿਆ। ਤੇ ਇਹ ਤੇਜ਼ੀ ਜਿਹੜੀ ਆ, ਤਰੱਕੀ ਜਿਹੜੀ ਆ, ਕੀ ਇਹ ਕਾਰਨ ਹੈ ਕਿ ਅਸੀਂ ਆਪਣੀ ਕੁਦਰਤ ਦੇ ਨਾਲੋਂ ਟੁੱਟ ਗਏ? ਬਿਲਕੁਲ। ਮੈਂ 2 ਲਾਈਨਾਂ ਲਿਖੀਆਂ ਸੀ ਕਿ ਅੰਬਰ ਭਾਵੇਂ ਗਾਹ ਲਵੀਂ, ਬਹਿ ਕੇ ਵਿੱਚ ਮਸ਼ੀਨ, ਪੈਰਾਂ ਹੇਠ ਵੀ ਰਹਿਣ ਦੇ 3 ਕੁ ਹੱਥ ਜ਼ਮੀਨ। ਕਿ ਸਾਡੀ ਜਿਹੜੀ ਸੋਚ ਵਿਚਾਰ ਦੀ ਜਿਹੜੀ ਬੁਲੰਦੀ ਹੈ ਉਹ ਬੇਸ਼ੱਕ ਅੰਬਰ ਤੱਕ ਹੋਵੇ, ਪਰ ਸਾਡੇ ਪੈਰ ਜਿਹੜੇ ਜ਼ਮੀਨ ਤੇ ਰਹਿਣੇ ਚਾਹੀਦੇ ਆ। ਦੁਨੀਆ ਦਾ ਇੱਕ ਬਹੁਤ ਵੱਡਾ ਵਿਗਿਆਨੀ ਹੋਇਆ ਲਵਲਾਕ ਨੇ ਬੜੀ ਖੂਬਸੂਰਤ ਗੱਲ ਕਹੀ। ਉਹਨੇ ਕਿਹਾ ਕਿ ਜਿਹੜੀ ਧਰਤੀ ਹੈ ਉਹ ਨਿਰਜੀਵ ਨਹੀਂ ਬਲਕਿ ਜਿੰਦਾ ਵਾਸਤੇ, ਤੇ ਅਸੀਂ ਇਸ ਧਰਤੀ ਤੇ ਪਲਣ ਵਾਲੇ ਜੀਵ ਆ। ਜਦੋਂ ਅਸੀਂ ਇਸ ਧਰਤੀ ਦੇ ਕਿਸੇ ਖਿੱਤੇ ਵਿੱਚ ਜ਼ਿਆਦਾ ਹੱਦੋਂ ਜ਼ਿਆਦਾ ਕੁਦਰਤੀ ਕੰਮਾਂ ਵਿੱਚ ਦਖਲ-ਅੰਦਾਜ਼ੀ ਕਰਦੇ ਆ, ਤੇ ਅਸੀਂ ਕੁਦਰਤ ਦਾ ਭਿਆਨਕ ਰੂਪ ਦੇਖਦੇ ਆ। ਅਸੀਂ ਕਰੋਨਾ ਦੇ ਰੂਪ ਵਿੱਚ ਦੇਖਿਆ, ਉਸ ਤੋਂ ਪਹਿਲਾਂ ਮਤਲਬ ਕਈ ਖਿੱਤਿਆਂ ਦੇ ਵਿੱਚ ਅਸੀਂ ਸੁਨਾਮੀਆਂ, ਹੜ੍ਹ ਤੇ ਬੱਦਲਾਂ ਦਾ ਫਟਣਾ ਜਾਂ ਹੋਰ ਇਸ ਤਰ੍ਹਾਂ, ਬੇਸ਼ੱਕ ਇਹ ਭਾਵੇਂ ਮਤਲਬ ਆਦਿ ਜੁਗਾਦ ਤੋਂ ਇਹ ਵਰਤਾਰੇ ਵਾਪਰਦੇ ਰਹੇ ਆ, ਪਰ ਅੱਜ ਦੇ ਯੁੱਗ ਦੇ ਵਿੱਚ ਜੇਕਰ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਦੇਖਦੇ ਹਾਂ ਕਿ ਦੁਨੀਆ ਪੱਧਰ ਤੇ ਜਿਹੜੀਆਂ ਜਲਵਾਯੂ ਤਬਦੀਲੀਆਂ ਉਹ ਜੇ ਜ਼ਿਆਦਾ ਹੋਣ ਲੱਗ ਪਈਆਂ, ਤੇ ਉਹਦੇ ਵਿੱਚ ਸਾਡੀ ਜਿਹੜੀ ਅੱਜ ਦੀ ਤਰੱਕੀ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ, ਉਹਦੇ ਵਿੱਚ ਅਸੀਂ ਬੇਰੋਕ ਟੋਕ ਕੁਦਰਤੀ ਕੰਮਾਂ ਦੇ ਵਿੱਚ ਇਸ ਤਰ੍ਹਾਂ ਦਖਲ ਅੰਦਾਜ਼ੀ ਕੀਤੀ। ਅਸੀਂ ਜੰਗਲ ਜਿਹੜੇ ਨੇ ਉਹ ਧਰਤੀ ਤੋਂ ਉਹਨਾਂ ਦਾ ਸਫਾਇਆ ਕਰ ਦਿੱਤਾ। ਅਸੀਂ ਜਿਹੜਾ ਵਿਕਾਸ ਤੇ ਤਰੱਕੀ ਨੂੰ ਅਸੀਂ ਇਹ ਮੰਨ ਲਿਆ ਕਿ ਬੰਦ ਕਮਰਿਆਂ ਵਿੱਚ ਬੈਠ ਕੇ, ਬੰਦ ਡੱਬਿਆਂ ਦੇ ਵਿੱਚ ਬੈਠ ਕੇ ਹੀ ਸਾਰਾ ਜਿਹੜਾ ਵਿਕਾਸ ਕੀਤਾ ਜਾ ਸਕਦਾ ਸ਼ਾਇਦ, ਪਰ ਮੈਂ ਸਮਝਦਾ ਕਿ ਮਨੁੱਖ ਜਿਹੜਾ ਹੈ ਉਹ ਇਸ ਧਰਤੀ ਤੇ ਪੈਦਾ ਹੋਇਆ। ਇਸ ਧਰਤੀ ਦੇ ਵਿੱਚ ਉੱਤੇ ਜੋ ਕੁਝ ਉੱਗਦਾ ਹੈ, ਪੈਦਾ ਹੁੰਦਾ ਹੈ, ਜੋ ਇਹਦਾ ਆਲਾ ਦੁਆਲਾ ਹੈ, ਜਿੱਥੇ ਉਹ ਸਾਹ ਲੈਂਦਾ ਹੈ, ਉਹਨੂੰ ਖਿਆਲ ਕਰਨਾ ਚਾਹੀਦਾ, ਉਹਨੂੰ ਧਿਆਨ ਕਰਨਾ ਚਾਹੀਦਾ ਹੈ। ਜੇਕਰ ਧਰਤੀ ਤੇ ਜੀਵਨ ਜਿਹੜਾ ਹੈ ਉਹ ਪਨਪਨ ਦੀ ਜਿਹੜੀ ਹੈਗੀ ਹੈ ਸਮਰੱਥਾ ਉਹ ਠੀਕ ਨਹੀਂ ਹੋਵੇਗੀ, ਤਾਂ ਇਹ ਕਿਤੇ ਨਾ ਕਿਤੇ ਸਾਡੇ ਜੀਵਨ ਵਿੱਚ ਵੀ ਵਿਗਾੜ ਆਏਗਾ। ਤੁਸੀਂ ਦੇਖਿਆ ਹੋਣਾ ਕਿ ਸਾਡੇ ਜੀਵਨ ਦੇ ਵਿੱਚ, ਸਾਡੇ ਦੇਖਣ ਦੇ ਵਿੱਚ ਕੁਝ ਨਸਲਾਂ ਨੇ ਜਿਹੜੀਆਂ ਪੰਛੀਆਂ ਦੀਆਂ, ਜਿਹੜੀਆਂ ਸਾਡੇ ਤੋਂ ਇੱਕ ਤਰ੍ਹਾਂ ਨਾਲ ਸਾਨੂੰ ਦਿਖਾਈ ਨਹੀਂ ਦੇ ਰਹੀਆਂ। ਜਿਵੇਂ ਚਿੜੀਆਂ ਸੀ ਜਿਹੜੀਆਂ ਸਾਡੇ ਘਰਾਂ 'ਚ ਰਹਿੰਦੀਆਂ ਸੀ, ਗਿਰਜਾਂ ਸੀ। ਜੇਕਰ ਕੋਈ ਵੀ ਨਸਲ ਪੰਛੀਆਂ ਦੀ ਜਾਂ ਪਸ਼ੂਆਂ ਦੀ ਉਹ ਲੁਤਫ ਹੁੰਦੀ ਹੈ, ਤਾਂ ਉਹਦਾ ਮਤਲਬ ਇਹ ਹੈ ਕਿ ਸਾਡਾ ਜੀਵਨ ਜਿਹੜਾ ਉਹ ਕਿਤੇ ਨਾ ਕਿਤੇ, ਸਾਡਾ ਜੀਵਨ ਵੀ ਕਿਸੇ ਨਾ ਕਿਸੇ ਰੂਪ ਵਿੱਚ ਮਰ ਗਿਆ ਹੈ। ਇਹਦਾ ਮਤਲਬ ਇਹ ਹੈ ਕਿ ਅਸੀਂ ਦੇਖਦੇ ਸੀ ਕਿ ਪੁਰਾਣੇ ਵੇੜਿਆਂ ਦੇ ਵਿੱਚ ਵੱਡੇ ਵੱਡੇ ਰੁੱਖਾਂ ਤੇ ਅਸੀਂ ਦੇਖਦੇ ਸੀ ਡੂਮਣੇ ਲੱਗੇ ਹੁੰਦੇ ਸੀ, ਮੱਖੀਆਂ ਦੇ ਛੱਤੇ ਹੁੰਦੇ ਸੀ। ਤੁਸੀਂ ਦੇਖੋ ਹੁਣ ਉਹ ਕਿਤੇ ਨਜ਼ਰ ਨਹੀਂ ਆਉਂਦੇ। ਇਹਦਾ ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਅਸੀਂ ਆਲੇ ਦੁਆਲੇ ਨੂੰ ਇੰਨਾ ਜ਼ਿਆਦਾ ਮਤਲਬ ਬਰਬਾਦ ਕਰ ਦਿੱਤਾ, ਪ੍ਰਦੂਸ਼ਣ ਜਿਹੜਾ ਇੰਨਾ ਜ਼ਿਆਦਾ ਹੋ ਗਿਆ ਹਵਾ ਦੇ ਵਿੱਚ, ਪਾਣੀ ਦੇ ਵਿੱਚ, ਕਿ ਉਹਨਾਂ ਜੀਵਾਂ ਨੂੰ ਉਹਨਾਂ ਦੇ ਜੀਵਾਂ ਦੇ ਰਹਿਣ ਯੋਗ ਜਿਹੜੇ ਹਾਲਾਤ ਸੀ ਉਹ ਇੱਕ ਤਰ੍ਹਾਂ ਨਾਲ ਖਰਾਬ ਹੋ ਗਏ ਜੀ। ਤੇ ਜੇਕਰ ਅਸੀਂ ਗੱਲ ਕਰੀਏ, ਕੋਈ ਸਮਾਂ ਹੁੰਦਾ ਸੀ ਕਿ ਸਾਡਾ ਜਿਹੜਾ ਵਾਤਾਵਰਨ ਹੈ ਇਹ ਬੜਾ ਅੱਛਾ ਹੁੰਦਾ ਸੀ, ਸੋਹਣਾ ਹੁੰਦਾ ਸੀਗਾ, ਸਾਫ਼ ਸੁਥਰਾ ਹੁੰਦਾ ਸੀ, ਸਾਡਾ ਖਾਣ ਪੀਣ, ਰਹਿਣ ਸਹਿਣ ਸਭ ਕੁਝ ਬੜਾ ਚੰਗਾ ਹੁੰਦਾ ਸੀ। ਪਰ ਉਹ ਸਮੇਂ ਦੇ ਵਿੱਚ ਅਸੀਂ ਸਾਰੇ ਚੁਸਤ ਦਰੁਸਤ ਤੰਦਰੁਸਤ ਹੁੰਦੇ ਸੀਗੇ, ਔਰ ਅਜੋਕੇ ਸਮੇਂ ਦੇ ਵਿੱਚ ਇਸ ਵੇਲੇ ਸਾਡਾ, ਜਿਵੇਂ ਤੁਸੀਂ ਦੱਸ ਰਹੇ ਹੋ, ਇਸ ਤਰੱਕੀ ਦੀ ਦੌੜ ਨੇ ਸਾਡਾ ਵਾਤਾਵਰਨ ਬਿਮਾਰ ਕਰ ਦਿੱਤਾ ਹੈ। ਤੇ ਇਸ ਬਿਮਾਰ ਵਾਤਾਵਰਨ ਦੇ ਵਿੱਚ ਕਿਵੇਂ ਅਸੀਂ ਤੰਦਰੁਸਤ ਜੀਵਨ ਦੀ ਆਸ ਤੇ ਤਲਾਸ਼ ਕਰ ਸਕਦੇ? ਜੋਗੀ ਸਾਹਿਬ, ਇਸ ਧਰਤੀ ਤੇ ਸਾਡੇ ਵੱਡੇ ਵਡੇਰੇ ਜਦੋਂ ਫਸਲ ਬੀਜਣ ਲੱਗਦੇ ਸੀ ਤੇ ਪਹਿਲਾ ਛੱਟਾ ਦਿੰਦੇ ਸੀ, ਤੇ ਉਹ ਲਫ਼ਜ਼ ਕੁਝ ਬੋਲਦੇ ਸੀ। ਉਹ ਲਫ਼ਜ਼ ਹੁੰਦੇ ਸੀ ਕਿ ਚਿੜੀ ਜਨੌਰ ਦੇ ਨਾਂ। ਵਾਹ। ਤੇ ਦੂਸਰਾ ਛੱਟਾ ਜਦੋਂ ਫਸਲ ਦਾ ਦਿੰਦੇ ਸੀ ਤੇ ਬੋਲਦੇ ਸੀ ਕਿ ਰਾਹੀ ਪਾਣੀ ਦੇ ਨਾਂ।
ਅੱਜ ਅਸੀਂ ਜਿਵੇਂ ਲਿਖਿਆ ਸੀ ਕਿ ਲਾਲਚਾਂ, ਖੁਦਗਰਜ਼ੀਆਂ, ਮੁਨਾਫਿਆਂ ਦੇ ਦੌਰ ਵਿੱਚ ਪਰਿੰਦਿਆਂ ਦੀ ਚਹਿਕ ਲਈ ਕੁਝ ਕੁ ਛਾਵਾਂ ਰੱਖਿਓ। ਵਾਹ। ਅਸੀਂ ਅੱਜ ਹਰ ਕੰਮ, ਹਰ ਸਾਡੀ ਤਰਜੀਹ ਜਿਹੜੀ ਹੈ ਉਹ ਮੁਨਾਫੇ ਲਈ ਹੈ ਜੀ। ਤੇ ਮੁਨਾਫੇ ਦੀ ਲੱਗੀ ਜਿਹੜੀ ਦੌੜ ਹੈ ਉਹ ਜੀਵਨ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਹੈ ਉਹਦੇ ਤੇ ਕਿਤੇ ਨਾ ਕਿਤੇ ਪ੍ਰਸ਼ਨ ਚਿੰਨ੍ਹ ਲਾ ਰਹੀ ਹੈ। ਸੋ ਪੁਰਾਣੇ ਵੇਲਿਆਂ ਦੇ ਵਿੱਚ ਜੇਕਰ ਅਸੀਂ ਦੇਖੀਏ ਤੇ ਪੁਰਾਣੇ ਵੇਲਿਆਂ ਦੇ ਵਿੱਚ ਸਾਡੇ ਵੱਡੇ ਵਡੇਰੇ ਜਿਹੜੇ ਕੁਦਰਤੀ ਢੰਗ ਨਾਲ ਜਿਉਂਦੇ ਸੀ ਤੇ ਉਹਨਾਂ ਦਾ ਖਾਣ ਪੀਣ ਕੁਦਰਤੀ ਸੀ। ਹੁਣ ਮੈਂ ਕਹਿੰਦਾ ਹੁਣ ਅਕਸਰ ਕਿ ਪੁਰਾਣੇ ਵੇਲਿਆਂ 'ਚ ਜਿਹੜੀਆਂ ਵਸਤਾਂ ਸੀ ਉਹ ਪਿੰਡੋਂ ਸ਼ਹਿਰ ਵੱਲ ਜਾਂਦੀਆਂ ਸੀ ਤੇ ਹੁਣ ਕੀ ਹੈ, ਹੁਣ ਸ਼ਹਿਰੋਂ ਪਿੰਡ ਵੱਲ ਆਉਂਦੀਆਂ। ਅਸੀਂ ਦੇਖਿਆ ਕਿ ਪੁਰਾਣੇ ਵੇਲਿਆਂ ਦੇ ਵਿੱਚ ਹਰ ਪਿੰਡ ਦੇ ਵਿੱਚ ਇੱਕ ਭੱਠੀ ਹੁੰਦੀ ਸੀ, ਭੱਠੀ ਤੇ ਦਾਣੇ ਭੁੰਨਣ ਵਾਲੀ ਹੁੰਦੀ ਸੀ ਤੇ ਉਹਦੇ ਕੋਲੋਂ ਲੋਕ ਸ਼ਾਮ ਨੂੰ ਦਾਣੇ ਬਣਾ ਕੇ ਲਿਆਉਂਦੇ ਸੀ। ਉਹੀ ਦਾਣੇ ਜਿਹੜੇ ਉਹ ਪੌਪਕਾਰਨ ਦੇ ਰੂਪ ਵਿੱਚ ਲਿਫਾਫੇ ਪੈਕਟ ਵਿੱਚ ਬੰਦ ਹੋਣ ਸ਼ਹਿਰੋਂ ਪਿੰਡ ਵੱਲ ਆਉਂਦੇ ਆ ਤੇ ਕੋਈ ਸਮਾਂ ਸੀ ਕਿ ਜਿਹੜੇ ਵਸਤਾਂ ਸੀ ਉਹ ਪਿੰਡੋਂ ਸ਼ਹਿਰ ਵੱਲ ਜਾਂਦੀਆਂ ਸੀ। ਬਿਲਕੁਲ। ਔਰ ਉਹ ਜਿਹੜੀਆਂ ਤੁਸੀਂ ਮੈਨੂੰ ਅੱਜ ਗੱਲਾਂ ਯਾਦ ਕਰਾਈਆਂ ਕਿ ਉਹ ਭੱਠੀ ਜਿਹੜੀ ਪਿੰਡ ਦੇ ਵਿੱਚ ਲੱਗੀ ਹੋਣੀ, ਸ਼ਾਮ ਨੂੰ ਜਾਣਾ ਤੇ ਉਸ ਭੱਠੀ ਦੇ ਉੱਪਰ ਕਈ ਵਾਰ ਤੇ ਸਾਨੂੰ ਇਹ ਲਾਲਚ ਦੇ ਦੇਣਾ ਕਿ ਤੁਸੀਂ ਝੋਕ ਦਿਓ ਬਾਲਣ ਤੇ ਤੁਹਾਡੇ ਦਾਣੇ ਪਹਿਲਾਂ ਭੁੰਨ ਦੇਵਾਂਗੇ। ਉਹ ਮੁਰਮਰੇ, ਉਹ ਜਿਹੜੀਆਂ ਖਿੱਲਾਂ ਉਹ ਕਿੱਥੇ ਅੱਜ ਕੱਲ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਆ ਗਈਆਂ, ਛੱਲੀਆਂ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਆ ਗਈਆਂ। ਉਹ ਪੌਸ਼ਟਿਕ ਖੁਰਾਕਾਂ ਸੀ, ਉਹ ਪੌਸ਼ਟਿਕ ਖੁਰਾਕਾਂ ਸੀਗੀਆਂ। ਔਰ ਜੇਕਰ ਅਸੀਂ ਅੱਜ ਦੀ ਗੱਲ ਕਰਦੇ ਹਾਂ, ਅਜੋਕੇ ਸਮੇਂ ਦੇ ਵਿੱਚ ਸਾਡੀ ਮਿੱਟੀ, ਸਾਡੀ ਧਰਤੀ ਜਿਹੜੀ ਆ ਉਹ ਵੀ ਪਲੀਤ ਆ, ਸਾਡੀ ਹਵਾ ਵੀ ਪਲੀਤ ਆ, ਸਾਡਾ ਪਾਣੀ ਵੀ ਪਲੀਤ ਆ। ਗੱਲ ਪਹਿਲਾਂ ਧਰਤੀ ਦੀ ਕਰ ਲਈਏ ਕਿ ਉਹ ਧਰਤੀ ਕਿ ਜਿੱਥੇ ਚਿੜੀਆਂ ਜਨੌਰਾਂ ਦੇ ਨਾਮ ਤੇ ਛੱਟੇ ਦਿੱਤੇ ਜਾਂਦੇ ਸੀ, ਪਾਂਧੀਆਂ ਦੇ ਨਾਮ ਤੇ ਛੱਟੇ ਦਿੱਤੇ ਜਾਂਦੇ ਸੀ, ਅੱਜ ਉੱਥੇ ਖਾਦਾਂ ਦੇ ਛੱਟੇ ਦਿੱਤੇ ਜਾਂਦੇ ਆ, ਰੇਹਾਂ ਸਪਰੇਹਾਂ ਦੇ ਛੱਟੇ ਦਿੱਤੇ ਜਾਂਦੇ ਆ। ਤੇ ਧਰਤੀ ਜਿਹੜੀ ਇੰਨੀ ਪਲੀਤ ਕਰ ਦਿੱਤੀ ਹੈ, ਇਹ ਇੱਕੋ ਹੀ ਸਾਲ ਦੇ ਵਿੱਚ ਬਹੁਤ ਜ਼ਿਆਦਾ ਫਸਲਾਂ ਕੱਢਣ ਦੇ ਦੌਰ ਦੇ ਵਿੱਚ ਇਹ ਅਸੀਂ ਕੁਝ ਗਲਤੀਆਂ ਤਾਂ ਨਹੀਂ ਕਰ ਰਹੇ? ਬਿਲਕੁਲ। ਅਸੀਂ ਸਾਡੇ ਗੁਰੂ ਸਾਹਿਬਾਨਾਂ ਨੇ ਜਿਸ ਧਰਤੀ ਨੂੰ ਮਾਂ ਕਿਹਾ ਤੇ ਜਿਸ ਪਾਣੀ ਨੂੰ ਪਿਤਾ ਕਿਹਾ ਤੇ ਹਵਾ ਨੂੰ ਗੁਰੂ ਕਿਹਾ, ਉਸ ਧਰਤੀ ਦੇ ਨਾਲ ਸਾਡਾ ਵਿਹਾਰ ਜਿਹੜਾ ਹੈ ਇਹ ਆ ਕਿ ਅਸੀਂ ਉਹਦੇ ਤੋਂ ਵੱਧ ਖੋਆ ਖੋਈ ਨਾਲ ਕਿਵੇਂ ਵੱਧ ਤੋਂ ਵੱਧ ਪੈਦਾ ਕਰ ਸਕਦੇ ਹਾਂ। ਤੇ ਅਸੀਂ ਇਹ ਨਹੀਂ ਸੋਚ ਰਹੇ ਕਿ ਸਾਰਾ ਕੁਝ ਜਿਹੜਾ ਹੈ, ਜਿਹੜੀ ਇਹ ਇੱਕ ਤਰ੍ਹਾਂ ਨਾਲ ਕੁਦਰਤੀ ਨਿਆਮਤਾਂ ਹੈ ਤੇ ਇਹਨਾਂ ਨਾਲ ਜੇ ਅਸੀਂ ਖੋਆ ਖੋਈ ਵਾਲਾ ਵਿਹਾਰ ਕਰਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਹੱਥਾਂ 'ਚ ਕੁਝ ਨਹੀਂ ਹੋਵੇਗਾ। ਇੱਕ ਅਜਿਹਾ ਸਮਾਂ ਹੋਏਗਾ ਕਿ ਅਸੀਂ ਹੋਵਾਂਗੇ ਸ਼ਾਇਦ, ਪਰ ਅਸੀਂ ਮਨੁੱਖਾਂ ਵਾਲਾ ਸਾਡੇ ਹਾਲਾਤ ਨਹੀਂ ਹੋਣਗੇ। ਹੁਣ ਤੁਸੀਂ ਦੇਖੋ, ਜਿਵੇਂ ਮੈਂ ਪਹਿਲਾਂ ਮੱਖੀਆਂ ਦੀ ਗੱਲ ਕੀਤੀ ਹੈ, ਇਸੇ ਤਰ੍ਹਾਂ ਮਾਲਵੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਅਬੋਹਰ, ਫਰੀਦਕੋਟ, ਬਠਿੰਡਾ, ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਕਿੰਨੂਆਂ ਦੇ ਬਾਗ ਨੇ। ਕਿੰਨੂਆਂ ਦੇ ਬਾਗਾਂ ਨੂੰ ਨਹਿਰੀ ਪਾਣੀ ਜਿਹੜਾ ਹੈ ਉਹ ਸਭ ਤੋਂ ਵਧੀਆ ਗਿਣਿਆ ਜਾਂਦਾ, ਉੱਤਮ ਗਿਣਿਆ ਜਾਂਦਾ ਹੈ। ਪਰ ਨਹਿਰਾਂ ਦੇ ਵਿੱਚ ਜਿਹੜਾ ਇੰਨਾ ਕੈਮੀਕਲ, ਇੰਨਾ ਮਤਲਬ ਕਿ ਅਸੀਂ ਉਹਨਾਂ ਨੂੰ ਦਰਿਆਵਾਂ ਨੂੰ ਪਲੀਤ ਕਰ ਦਿੱਤਾ ਹੈ ਕਿ ਉਹ ਜਿਹੜਾ ਪਾਣੀ ਜਿਹੜੇ ਬਾਗਾਂ ਨੂੰ ਇਸ ਵੇਲੇ ਲਾਇਆ ਜਾਂਦਾ ਹੈ ਉਹ ਬਾਗ ਸੁੱਕਣੇ ਸ਼ੁਰੂ ਹੋ ਗਏ। ਸੋ ਇਹ ਬੜੀ ਵੱਡਾ ਸੰਕਟ, ਇੱਕ ਤਰ੍ਹਾਂ ਨਾਲ ਜਿਹੜਾ ਪ੍ਰਦੂਸ਼ਣ ਦਾ ਸੰਕਟ ਹੈ, ਵਾਤਾਵਰਨ ਦਾ ਸੰਕਟ ਹੈ, ਬਹੁਤ ਵੱਡਾ ਸੰਕਟ ਹੈ ਤੇ ਬਹੁਤ ਪਸਾਰੀ ਸੰਕਟ ਹੈ ਜੀ। ਔਰ ਇਸ ਸੰਕਟ ਦੇ ਬਾਬਤ ਅਸੀਂ ਗੱਲ ਕਰ ਰਹੇ ਹਾਂ। ਅੱਜ ਸਾਡਾ ਬਿਮਾਰ ਵਾਤਾਵਰਨ ਹੋ ਗਿਆ, ਬਿਮਾਰ ਸਾਡਾ ਜੀਵਨ ਹੋ ਗਿਆ। ਔਰ ਸਾਡੇ ਨਾਲ ਡਾਕਟਰ ਗੁਰਚਰਨ ਨੂਰਪੁਰ ਜੀ ਨੇ। ਔਰ ਇਹਨਾਂ ਦੇ ਅਕਸਰ ਤੁਸੀਂ ਅਖਬਾਰਾਂ ਦੇ ਵਿੱਚ ਤੁਸੀਂ ਆਰਟੀਕਲ ਪੜ੍ਹਦੇ ਰਹਿੰਦੇ ਹੋ, ਦੇਖਦੇ ਰਹਿੰਦੇ ਹੋ। ਬਹੁਤ ਸਾਰੀਆਂ ਅਖਬਾਰਾਂ ਇਹਨਾਂ ਨੂੰ ਖਾਸ ਕਰਕੇ ਚਾਹ ਕੇ ਵੱਡੀ ਥਾਂ ਦਿੰਦੀਆਂ ਨੇ, ਸੰਪਾਦਕੀ ਪੰਨਿਆਂ ਦੇ ਉੱਪਰ ਇਹਨਾਂ ਦੇ ਲੇਖ ਛਪਦੇ ਰਹਿੰਦੇ ਨੇ। ਜਿਵੇਂ ਕਿ ਇਸ ਵੇਲੇ ਤੁਸੀਂ ਆਪਣੇ ਟੀਵੀ ਸਕਰੀਨ ਤੇ ਵੀ ਦੇਖ ਰਹੇ ਹੋ, ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਵਾਤਾਵਰਨ ਦੇ ਸੰਬੰਧ ਦੇ ਵਿੱਚ ਲਿਖਿਆ ਹੈ, ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਹੈ। ਔਰ ਉਹਨਾਂ ਹੀ ਕੀਤੇ ਹੋਏ ਕੰਮਾਂ ਦੀ ਬਦੌਲਤ ਅੱਜ ਸਾਡੇ ਨਾਲ ਵੀ, ਸਾਡੇ ਦਰਸ਼ਕਾਂ ਨੂੰ, ਡੀਡੀ ਪੰਜਾਬੀ ਦੇ तमाम ਦਰਸ਼ਕਾਂ ਨੂੰ ਅੱਜ ਬਿਮਾਰ ਵਾਤਾਵਰਨ ਬਾਰੇ ਔਰ ਸਾਡੇ ਇਸ ਜੀਵਨ ਦੇ ਬਾਰੇ, ਜਿਸ ਜੀਵਨ ਨੂੰ ਅਸੀਂ ਜੀ ਰਹੇ ਹਾਂ ਉਹਦੇ ਬਾਰੇ ਜਾਣਕਾਰੀ ਦੇ ਰਹੇ ਨੇ। ਔਰ ਗੱਲਾਂ ਤੇ ਗੀਤ ਵਿੱਚ ਸਾਡੇ ਨਾਲ ਇਸ ਵੇਲੇ ਉਹ ਗੱਲਾਂ ਹੋ ਰਹੀਆਂ ਨੇ ਕਿ ਜਿਹੜੀਆਂ ਅਸੀਂ ਵਾਤਾਵਰਨ ਨੂੰ ਅਸੀਂ ਬਚਾ ਸਕਦੇ ਹਾਂ, ਕੋਸ਼ਿਸ਼ ਕਰ ਸਕਦੇ ਹਾਂ। ਔਰ ਇਸੇ ਕੋਸ਼ਿਸ਼ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ, ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ, ਹੁਣ ਆਪਾਂ ਪਾਣੀ ਦੀ ਗੱਲ ਕਰ ਲਈਏ, ਕਿਉਂਕਿ ਪਾਣੀ ਵੀ ਸਾਡਾ ਜਿਹੜਾ ਅੱਜ ਸਭ ਤੋਂ ਵੱਡਾ ਸੰਕਟ ਜਿਹੜਾ ਪਾਣੀ ਦਾ ਗਿਣਿਆ ਜਾ ਰਿਹਾ ਹੈ ਕਿ ਪਾਣੀ ਸਾਡਾ ਇੱਕ ਤੇ ਨੀਵਾਂ ਹੁੰਦਾ ਜਾ ਰਿਹਾ, ਪੱਧਰ ਧਰਤੀ ਹੇਠਲਾ ਜਿਹੜਾ ਉੱਪਰ ਹੈਗਾ ਉਹ ਪੀਣ ਦੇ ਲਾਇਕ ਨਹੀਂ। ਜਿਵੇਂ ਤੁਸੀਂ ਦੱਸਿਆ ਕਿ ਉਹ ਖੇਤੀ ਦੇ ਵੀ ਲਾਇਕ ਨਹੀਂ ਰਿਹਾ। ਬਹੁਤ ਸਾਰੀਆਂ ਫੈਕਟਰੀਆਂ ਦੇ ਵਿੱਚੋਂ ਕੋਈ ਕੈਮੀਕਲ ਨਿਕਲਦੇ ਨੇ, ਚੱਲ ਨਹਿਰਾਂ ਦੇ ਵਿੱਚ, ਚੱਲ ਡਰੇਨਾਂ ਦੇ ਵਿੱਚ। ਬਹੁਤ ਸਾਰੇ ਵਾਤਾਵਰਨ ਪ੍ਰੇਮੀ ਰੌਲਾ ਵੀ ਪਾਉਂਦੇ ਨੇ, ਪਰ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ। ਜਿਹੜਾ ਪਾਣੀ ਦਾ ਸੰਕਟ ਹੈ
ਇਹ ਇਕੱਲੀ ਸਾਡੀ ਸਮੱਸਿਆ ਜਾਂ ਵਿਸ਼ਵ ਵਿਆਪੀ ਸਮੱਸਿਆ ਹੈ? ਬਿਲਕੁਲ ਜੋਗੀ ਸਾਹਿਬ, ਬੇਸ਼ੱਕ ਵਿਸ਼ਵ ਵਿਆਪੀ ਸਮੱਸਿਆ ਵੀ ਹੈ, ਪਰ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇਸ ਵੇਲੇ ਪਾਣੀ ਦਾ ਜਿਹੜਾ ਸੰਕਟ ਹੈ, ਪੰਜਾਬ ਦੀ ਤਾਂ ਅਸੀਂ ਜਦੋਂ ਗੱਲ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੀ ਧਰਤੀ ਦਾ ਨਾਂ 5 ਦਰਿਆਵਾਂ ਤੋਂ 5 ਪਾਣੀਆਂ ਤੋਂ ਪਿਆ ਜੀ ਜੀ। ਤੇ 5 ਪਾਣੀਆਂ ਵਾਲੀ ਜਿਹੜੀ ਧਰਤੀ ਸੀ ਸਾਡੀ ਪੰਜਾਬ ਦੀ ਧਰਤੀ, ਉਹ ਪਾਣੀਆਂ ਤੋਂ ਪਿਆਸੀ ਹੁੰਦੀ ਜਾ ਰਹੀ ਹੈ। ਮੈਂ ਇਹ ਦੱਸਣਾ ਚਾਹਾਂਗਾ ਕਿ ਇਸ ਵੇਲੇ ਜੇਕਰ ਅਸੀਂ ਆਪਣੇ ਆਲੇ ਦੁਆਲੇ ਦਾ ਜਿਹੜਾ ਵਿਕਾਸ ਦੇਖਦੇ ਆ, ਇੱਕ ਸਾਡੇ ਕੋਲ ਕਾਰਾਂ, ਕੋਠੀਆਂ ਤੇ ਹੋਰ ਜਿਹੜਾ ਇਨਫਰਾਸਟ੍ਰਕਚਰ ਬਣਿਆ ਹੋਇਆ, ਉਹਦੇ ਵਿੱਚ ਅਸੀਂ ਜੇਕਰ ਸਾਡੇ ਕੋਲ ਪਾਣੀ ਨਹੀਂ ਹੋਏਗਾ ਤੇ ਸਭ ਚੀਜ਼ਾਂ ਦੇ ਮੁੱਲ ਵੀ ਖਤਮ ਹੋ ਜਾਣਗੇ। ਇੱਕ ਤੁਸੀਂ 2001 ਜਾਂ 2 ਦੇ ਵਿੱਚ ਦੇਖਿਆ ਹੋਵੇਗਾ ਕਿ ਜ਼ਮੀਨਾਂ ਦੇ ਰੇਟ ਜਿਹੜੇ ਸੀ ਉਹ 1.5 ਲੱਖ ਤੋਂ 2 ਲੱਖ ਦੇ ਕਰੀਬ ਹੋ ਗਏ ਸੀ। ਉਹਦਾ ਕਾਰਨ ਕੀ ਸੀ? ਉਹਦਾ ਕਾਰਨ ਕਈ ਵੱਡੇ ਵੱਡੇ ਅਰਥ ਸ਼ਾਸਤਰੀ ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਪਰ ਉਹਦਾ ਅਸਲ ਕਾਰਨ ਇਹ ਸੀ ਕਿ ਅਸੀਂ ਧਰਤੀ ਦੀ ਉੱਪਰਲੀ ਜਿਹੜੀ ਤਹਿ ਸੀ ਪਾਣੀ ਦੀ, ਜਿਹੜੀ ਕੋਈ 50 ਫੁੱਟ ਦੂਰੀ ਤੇ ਸੀ ਸਾਡੇ ਤੋਂ, ਉਸ ਤਹਿ ਨੂੰ ਅਸੀਂ ਨਵਾਂ ਖਤਮ ਕੀਤਾ ਸੀ ਤੇ ਸਾਨੂੰ ਇਹ ਨਹੀਂ ਲੱਗ ਰਿਹਾ ਸੀ ਕਿ ਇਸ ਧਰਤੀ ਤੇ ਸਾਡਾ ਜਿਹੜਾ ਜੀਵਨ ਉਹ ਰਹਿ ਸਕੇਗਾ ਕਿ ਨਹੀਂ ਰਹਿ ਸਕੇਗਾ। ਇਸ ਕਰਕੇ ਜ਼ਮੀਨਾਂ ਦੇ ਰੇਟ ਜਿਹੜੇ ਉਹ ਇੱਕਦਮ ਥੱਲੇ ਆ ਗਏ। ਜਦੋਂ ਅਸੀਂ ਉਸ ਤੋਂ ਬਾਅਦ ਅਗਲੀਆਂ ਸਮਰਸੀਬਲ ਮੋਟਰ ਪਾ ਕੇ ਤੇ ਅਗਲੀਆਂ ਡੂੰਘੀਆਂ ਮਤਲਬ ਪਾਣੀ ਦੀਆਂ ਤਹਿਾਂ ਨੂੰ ਹੁਣ ਖਿੱਚਣ ਲੱਗੇ, ਜਿਹੜੀਆਂ ਹੋਰ ਥੱਲੇ ਹਰ ਸਾਲ ਜਾ ਰਹੀਆਂ ਜੀ, ਤੇ ਉਹਦੇ ਨਾਲ ਸਾਨੂੰ ਫੇਰ ਜਿਹੜਾ ਜ਼ਮੀਨਾਂ ਦੇ ਜਿਹੜੇ ਰੇਟ ਸੀ ਉਹ ਠੀਕ ਜਿਹੜੇ ਮਿਲਣ ਲੱਗ ਪਏ ਲੋਕਾਂ ਨੂੰ। ਸੋ ਪਾਣੀ ਦਾ ਸੰਕਟ ਇੰਨਾ ਵੱਡਾ ਹੈ ਕਿ ਸਾਡਾ ਆਲਾ ਦੁਆਲਾ, ਸਾਡਾ ਰਹਿਣ ਸਹਿਣ, ਜੋ ਸਾਡੇ ਕੋਲ ਜਿਸ ਤਰ੍ਹਾਂ ਦਾ ਵੀ ਸਰਮਾਇਆ ਹੈਗਾ, ਉਹ ਸਾਰਾ ਕੁਝ ਪਾਣੀ ਨਾਲ ਜੁੜਿਆ ਹੋਇਆ ਹੈ। ਇਹ ਸਾਨੂੰ ਸਮਝਣ ਦੀ ਲੋੜ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਲੋਕਾਂ ਦੇ ਕੋਲ ਪਾਣੀ ਹੋਏਗਾ, ਧਰਤੀ ਦੇ ਹੇਠਾਂ ਪਾਣੀ ਹੋਏਗਾ, ਉਹ ਇਸ ਧਰਤੀ ਦੇ ਰਾਜੇ ਹੋਣਗੇ, ਉਹ ਇਸ ਧਰਤੀ ਦੇ ਅਮੀਰ ਲੋਕ ਹੋਣਗੇ। ਪਰ ਅਸੀਂ ਇਸ ਵੇਲੇ ਹਾਲਾਤ ਕੀ ਨੇ ਪੰਜਾਬ ਦੇ, ਮੈਂ ਤੁਹਾਨੂੰ 2-3 ਗੱਲਾਂ ਦੱਸਣੀਆਂ ਚਾਹਾਂਗਾ ਕਿ ਪਿਛਲੇ ਅਰਸੇ ਦੌਰਾਨ ਇਸੇ ਸਾਲ ਵਿੱਚ ਹੀ ਇੱਕ ਆਲੋ ਅਰਖ ਨਾਂ ਦਾ ਪਿੰਡ ਹੈ, ਜਿਹਦੇ ਵਿੱਚ ਜਦੋਂ ਸਵੇਰੇ ਕਿਸਾਨ ਨੇ ਜਾ ਕੇ ਆਪਣਾ ਟਿਊਬਵੈਲ ਚਲਾਇਆ ਤੇ ਉਹਦੇ ਵਿੱਚੋਂ ਕਾਲਾ ਪਾਣੀ ਨਿਕਲਣ ਲੱਗ ਪਿਆ। ਅੱਛਾ। ਤੇ ਲੋਕ ਬਹੁਤ ਭੈਭੀਤ ਹੋ ਗਏ ਤੇ ਖਬਰਾਂ ਜਿਹੜੀਆਂ ਵੱਡੀ ਪੱਧਰ ਤੇ ਟੀਵੀ ਚੈਨਲਾਂ ਤੇ ਵੀ, ਅਖਬਾਰਾਂ ਤੇ ਵੀ ਲੱਗੀਆਂ। ਸੋ ਇਸ ਤਰ੍ਹਾਂ ਦੇ ਹਾਲਾਤ ਵਿੱਚ ਜੇਕਰ ਅਸੀਂ ਅੱਜ ਦੇਖੀਏ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਆਲੇ ਦੁਆਲੇ ਸਭ ਜਿਹੜੇ ਸੋਰਸ ਨੇ ਪਾਣੀ ਦੇ, ਉਹਨਾਂ ਚੋਂ ਕਾਲਾ ਪਾਣੀ, ਗੰਦਾ ਪਾਣੀ ਨਿਕਲਣ ਲੱਗ ਪਵੇਗਾ ਤੇ ਸਾਡੀ ਮਾਨਸਿਕ ਹਾਲਤ ਕੀ ਹੋਏਗੀ, ਸਾਡਾ ਜੀਵਨ ਕਿਸ ਤਰ੍ਹਾਂ ਦਾ ਹੋਏਗਾ, ਜਰਾ ਸਮਝਣ ਦੀ ਲੋੜ ਹੈ। ਇੱਕ ਹੋਰ ਮੇਰੇ ਅਧਿਆਪਕ ਮਿੱਤਰ ਨੇ, ਮੁਦਕੀ ਦੇ ਨੇੜੇ ਉਹਨਾਂ ਦਾ ਪਿੰਡ ਹੈ, ਉਹ ਦੱਸਦੇ ਆ ਕਿ ਮੁਦਕੀ ਜਿਹੜਾ ਇੱਕ ਬਠਿੰਡਾ ਤੇ ਅੰਮ੍ਰਿਤਸਰ ਹਾਈਵੇ ਦੇ ਉੱਪਰ ਵਸਿਆ ਹੋਇਆ ਇੱਕ ਕਸਬਾ ਹੈ ਤੇ ਮੁਦਕੀ ਦੇ ਨੇੜੇ ਉਹਨਾਂ ਦਾ ਪਿੰਡ ਹੈ। ਤੇ ਪਿੰਡ ਦਾ ਜਿਹੜਾ ਪਾਣੀ ਸੀ ਉਹ ਪਹਿਲਾਂ ਠੀਕ ਪਾਣੀ ਸੀ, ਪਰ ਇਸ ਵੇਲੇ ਪੂਰਾ ਪਿੰਡ, ਬਲਕਿ ਉਹ ਪਿੰਡ ਨਹੀਂ, ਹੋਰ ਅਨੇਕਾਂ ਪਿੰਡ, ਫਰੀਦਕੋਟ ਜ਼ਿਲ੍ਹੇ ਦੇ, ਬਠਿੰਡੇ ਜ਼ਿਲ੍ਹੇ ਦੇ ਅਨੇਕਾਂ ਪਿੰਡ ਜਿਹੜੀਆਂ ਰਾਜਸਥਾਨ ਫੀਡਰ ਨਹਿਰਾਂ ਹੈ, ਉਹਨਾਂ ਦੇ ਨੇੜੇ ਨਲਕੇ ਲੱਗੇ ਹੋਏ ਆ, ਕਿਉਂਕਿ ਉਹਨਾਂ ਤੋਂ ਸੇਮ ਹੋ ਕੇ ਪਾਣੀ ਥੋੜਾ ਆਲੇ ਦੁਆਲੇ ਜਾਂਦਾ ਹੈ, ਉੱਥੇ ਨਲਕੇ ਲੱਗੇ, ਉੱਥੋਂ ਪਾਣੀ ਲੈ ਕੇ ਆਉਂਦੇ ਆ। ਤੇ ਲੋਕਾਂ ਦੀ ਜ਼ਿੰਦਗੀ ਦਾ ਜਿਹੜਾ ਸਮਾਂ ਹੈ ਉਹ ਵੱਡਾ ਸਮੇਂ ਦਾ ਜਿਹੜਾ ਉਧਰ ਸਮਾਂ ਖਰਚ ਹੋ ਜਾਂਦਾ, ਲੋਕਾਂ ਦੀ ਜਿਹੜੀ એનર્ਜੀ ਹੈ ਉਹ ਵੱਡੀ ਪੱਧਰ ਤੇ ਉਧਰ ਖਰਚ ਹੋ ਰਹੀ ਹੈ। ਸੋ ਇਹ ਇਸ ਤਰ੍ਹਾਂ ਦੇ ਸੰਕਟ ਦੇ ਵਿੱਚੋਂ ਪੰਜਾਬ ਜਿਹੜਾ ਉਹ ਗੁਜ਼ਰ ਰਿਹਾ ਹੈ। ਦੂਸਰੀ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਇਹਦੇ ਨਾਲ ਹੀ ਕਿ ਅਬੋਹਰ ਦੇ ਨੇੜੇ ਇੱਕ ਧਰਾਂਗ ਵਾਲਾ ਪਿੰਡ ਹੈ, ਇੱਕ ਡੰਗਰਖਾੜਾ ਪਿੰਡ ਹੈ। ਇਹ ਪਿੰਡਾਂ ਦੇ ਲੋਕ ਜਿਹੜੇ ਆ ਨਹਿਰਾਂ ਦਾ ਪਾਣੀ ਪੀਂਦੇ ਆ ਤੇ ਨਹਿਰਾਂ ਦਾ ਪਾਣੀ ਜਿਹੜਾ ਹੈ ਉਹ ਸਤਲੁਜ ਦਰਿਆ ਤੋਂ, ਸਤਲੁਜ ਬਿਆਸ ਦਰਿਆਵਾਂ ਦਾ ਪਾਣੀ ਹੈ ਤੇ ਉਹ ਪਾਣੀ ਇੰਨਾ ਪਲੀਤ ਹੋ ਗਿਆ, ਇੰਨਾ ਗੰਦਾ ਹੋ ਗਿਆ, ਕਿਉਂਕਿ ਸ਼ਹਿਰਾਂ ਦਾ ਜਿਹੜਾ ਪਲੀਤ ਹੋਇਆ ਪਾਣੀ ਹੈ ਉਹ ਦਰਿਆਵਾਂ ਦੇ ਵਿੱਚ ਅਸੀਂ ਸੁੱਟਿਆ ਹੋਇਆ ਤੇ ਉਹ ਪਾਣੀ ਇੰਨਾ ਗੰਦਾ ਹੋ ਗਿਆ ਕਿ ਲੋਕ ਵੱਡੀ ਪੱਧਰ ਤੇ ਕੈਂਸਰ ਦਾ ਸ਼ਿਕਾਰ ਹੋ ਰਿਹਾ। ਡੰਗਰਖੇੜਾ ਪਿੰਡ ਦੇ ਵਿੱਚ ਪਿਛਲੇ ਸਾਲ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਇੱਕ ਸਾਲ ਦੇ ਵਿੱਚ ਕੋਈ 10 ਤੋਂ 12 ਮੌਤਾਂ ਕੈਂਸਰ ਨਾਲ ਹੋਈਆਂ, ਦਰਮਿਆਨਾ ਪਿੰਡ ਹੈ। ਇਸੇ ਤਰ੍ਹਾਂ ਧਰਾਂਗ ਵਾਲਾ ਪਿੰਡ ਦੇ ਵਿੱਚ ਵੀ 12 ਤੋਂ 15 ਮੌਤਾਂ ਜਿਹੜੀਆਂ ਉਹ ਕੈਂਸਰ ਨਾਲ ਹੋਈਆਂ। ਤੇ ਹੈਰਾਨੀ ਦੀ ਗੱਲ ਇਹ ਆ, ਜਿਹੜਾ ਸ਼ਾਇਦ ਸਾਡੇ ਲਈ ਬੜਾ ਫਿਕਰ ਵਾਲੀ ਗੱਲ ਹੈ ਕਿ ਧਰਾਂਗ ਵਾਲਾ ਪਿੰਡ ਦੇ ਵਿੱਚ ਇੱਕ ਦਰਮਿਆਨਾ ਜਿਹੜਾ ਪਿੰਡ ਹੈ ਉਹਦੇ ਵਿੱਚ 40 ਬੱਚੇ ਜਿਹੜੇ ਆ ਉਹ ਮੰਦਬੁੱਧੀ ਨੇ। ਉਹਦਾ ਕਾਰਨ ਇਹ ਆ ਕਿ ਲਵੀ ਜਿਹੜਾ ਖਾਣ ਪੀਣ ਤੇ ਪੀਣ ਵਾਲਾ ਖਾਸ ਕਰਕੇ ਪਾਣੀ ਜਿਹੜਾ ਹੈ ਉਹ ਇੰਨਾ ਪਲੀਤ ਤੇ ਕੈਮੀਕਲ ਯੁਕਤ ਪਾਣੀ ਹੈ, ਉਹ ਵੱਡੀ ਪੱਧਰ ਤੇ ਲੋਕਾਂ ਨੂੰ ਬਿਮਾਰ ਬਣਾ ਰਿਹਾ। ਲੋਕਾਂ ਨੂੰ ਦੰਦਾਂ ਦੇ ਰੋਗ ਹੋ ਰਿਹਾ, ਖਾਰਸ਼ ਦੇ ਰੋਗ ਹੋ ਰਿਹਾ, ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਰੋਗ ਨੇ ਉਹ ਆਪਣੀ ਲਪੇਟ ਵਿੱਚ ਰਹਿ ਰਿਹਾ। ਸੋ ਬਹੁਤ ਜਿਹੜਾ ਸੰਕਟ ਹੈ, ਪਾਣੀ ਦਾ ਸੰਕਟ ਹੈ, ਉਹ ਬਹੁਤ ਵੱਡਾ ਸੰਕਟ ਹੈ ਤੇ ਪਾਣੀ ਦੇ ਸੰਕਟ ਦੇ ਨਾਲ ਸਾਡੀ ਮਿੱਟੀ ਵੀ ਜਿਹੜੀ ਤੇ ਹਵਾ ਵੀ ਜਿਹੜੀ ਹੈ। ਬਿਲਕੁਲ ਜੀ। ਔਰ ਜਿਹੜੇ ਤੁਸੀਂ ਗੱਲਾਂ ਦੱਸ ਰਹੇ ਹੋ, ਗੱਲਾਂ ਸੁਣ ਕੇ ਰੌਂਗਟੇ ਖੜੇ ਹੋ ਰਹੇ ਨੇ, ਦਿਲ ਦਹਿਲ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹੀ ਹਾਲਾਤ ਰਹੇ, ਇਸੇ ਤਰ੍ਹਾਂ ਹੀ ਚੱਲਦਾ ਰਿਹਾ
ਤਾਂ ਕੀ ਬਣੂਗਾ ਔਰ ਸਾਡੀ ਜ਼ਿੰਦਗੀ ਕਿੱਥੇ ਰਹਿ ਜੂਗੀ, ਅਸੀਂ ਕਿੱਥੇ ਖਲੋਤੇ ਹੋਵਾਂਗੇ ਜੇਕਰ ਅੱਜ ਬੱਚੇ ਮੰਦਬੁੱਧੀ ਪੈਦਾ ਹੋ ਰਹੇ ਨੇ, ਜੇਕਰ ਅੱਜ ਸਾਨੂੰ ਘਰੋਂ ਕੈਨੀਆਂ ਲਿਜਾ ਕੇ ਨਹਿਰਾਂ ਦੇ ਕੰਢੇ ਲੱਗੇ ਹੋਏ ਨਲਕਿਆਂ ਦੇ ਵਿੱਚੋਂ ਪਾਣੀ ਭਰਨਾ ਪੈ ਰਿਹਾ ਹੈ, ਨਹਿਰਾਂ ਦੇ ਵਿੱਚੋਂ ਪਾਣੀ ਪੀ ਕੇ ਅਸੀਂ ਕੈਂਸਰ ਦੇ ਨਾਲ ਬਿਮਾਰ ਹੋ ਰਹੇ ਹਾਂ। ਔਰ ਕੱਲੀ ਨੂਰਪੁਰ ਜੀ ਤੁਸੀਂ ਵੀ ਸ਼ਾਇਦ ਇਹਦੇ ਨਾਲ ਸਹਿਮਤ ਹੋਵੋਗੇ ਕਿ ਕੱਲੇ ਇਹ ਹੁਣ ਮਾਲਵੇ ਦੀ ਬਿਮਾਰੀ ਨਹੀਂ ਰਹਿ ਗਈ, ਬਿਲਕੁਲ ਮਾਝਾ ਵੀ ਘੇਰ ਲਿਆ ਇਹਨੇ, ਦੁਆਬਾ ਵੀ ਘੇਰ ਲਿਆ। ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਵੀ ਡਾਕਟਰ ਕਹਿ ਰਹੇ ਨੇ ਕਿ ਘਰ ਘਰ ਦੇ ਵਿੱਚ ਬਿਮਾਰ ਹੋਣਗੇ ਲੋਕ, ਕੈਂਸਰ ਤੋਂ ਪੀੜਤ ਹੋਣਗੇ। ਜਿਵੇਂ ਤੁਸੀਂ ਵੀ ਆਪਣੀ ਇੱਕ ਆਰਟੀਕਲ ਸੀ ਤੁਹਾਡਾ ਵੀ ਕਿ ਪੰਜਾਬ ਇੱਕ ਵੱਡੇ ਹਸਪਤਾਲ ਦੇ ਵਿੱਚ ਬਦਲ ਰਿਹਾ। ਹਾਂਜੀ ਬਿਲਕੁਲ। ਇਹ ਜਿਹੜੀ ਆ ਫਿਕਰ ਆ, ਇਹ ਦਿਮਾਗ ਦੇ ਵਿੱਚ ਕਿਉਂ ਆਇਆ? ਬਿਲਕੁਲ, ਜਦੋਂ ਅਸੀਂ ਆਲੇ ਦੁਆਲੇ ਦੇਖਦੇ ਹਾਂ ਲੋਕਾਂ ਨੂੰ ਕਿ ਵੱਡੀ ਪੱਧਰ ਤੇ ਲੋਕ ਜਿਹੜੇ ਬਿਮਾਰ ਹੋ ਰਿਹਾ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਕਿ ਜਿਹੜੀਆਂ ਜਲਦੀ ਠੀਕ ਨਹੀਂ ਹੁੰਦੀਆਂ, ਜਿਨ੍ਹਾਂ ਤੇ ਉਹਨਾਂ ਦਾ ਜੋ ਵੀ ਉਹਨਾਂ ਦੇ ਕੋਲ ਸਰਮਾਇਆ ਹੁੰਦਾ ਹੈ ਉਹ ਸਾਰਾ ਜਿਹੜਾ ਸਾਰੇ ਦਾ ਸਾਰਾ ਖਰਚ ਹੋ ਜਾਂਦਾ, ਲੋਕਾਂ ਦੀਆਂ ਜ਼ਮੀਨਾਂ ਵਿਕ ਜਾਂਦੀਆਂ, ਘਰ-ਬਾਰ ਵਿਕ ਜਾਂਦੇ ਆ। ਤੇ ਇੱਥੋਂ ਤੱਕ ਕਿ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਤੁਸੀਂ ਦੇਖੋ ਕਿ 5 ਸਾਲ ਤੋਂ ਲੈ ਕੇ 20-22 ਸਾਲ ਤੱਕ ਦੇ ਜਿਹੜੇ ਬੱਚੇ ਨੇ, ਨੌਜਵਾਨ ਨੇ ਜਾਂ ਛੋਟੇ ਬੱਚੇ ਨੇ, ਉਹ ਕੈਂਸਰ ਦਾ ਸ਼ਿਕਾਰ ਹੋ ਰਿਹਾ ਤੇ ਵੱਡੀ ਗਿਣਤੀ ਵਿੱਚ ਸ਼ਿਕਾਰ ਹੋ ਰਿਹਾ। ਸੋ ਇਹ ਇੱਕ ਤਰ੍ਹਾਂ ਨਾਲ ਇਹ ਬੜੀ ਵੱਡੀ ਤਰਾਸਦੀ ਹੈ। ਸੋ ਇਧਰ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਹੈ ਸਾਨੂੰ, ਇਹਨਾਂ ਸਭ ਚੀਜ਼ਾਂ ਤੇ ਸੋਚਣ ਦੀ ਲੋੜ ਹੈ ਕਿ ਜੇਕਰ ਪੰਜਾਬ ਇਸ ਤਰ੍ਹਾਂ ਦੀ ਤਰਾਸਦੀ ਵੱਲ ਵੱਧਦਾ ਹੈ, ਤੁਸੀਂ ਜਿਵੇਂ ਦੱਸਿਆ ਕਿ ਬਾਕੀ ਜਿਹੜੇ ਸਾਡੇ ਜ਼ਿਲ੍ਹੇ ਹੈਗੇ ਆ, ਸਾਡੇ ਜਿਹੜੇ ਬਾਕੀ ਇਲਾਕੇ ਹੈਗੇ ਆ ਪੰਜਾਬ ਦੇ, ਉੱਥੇ ਵੀ ਹਾਲਤ ਕੋਈ ਬਹੁਤ ਹੀ ਚੰਗੀ ਨਹੀਂ ਹੈਗੀ, ਉੱਥੇ ਵੀ ਹਾਲਤ ਚਿੰਤਾਜਨਕ ਹੈ। ਇਹ ਸਾਡੀ ਆਦਤ ਹੀ ਬਣ ਜਾਂਦੀ ਹੈ ਕਿ ਅਸੀਂ ਸੋਚ ਲੈਂਦੇ ਹਾਂ ਕਿ ਜਿਵੇਂ ਚੱਲਦਾ ਚੱਲੀ ਜਾਣ ਦਿਓ, ਪਰ ਜਿਹੜਾ ਇਧਰ ਸਾਨੂੰ ਧਿਆਨ ਦੇਣ ਦੀ ਜ਼ਰੂਰ ਲੋੜ ਹੈਗੀ ਹੈ। ਜਿਹੜੇ ਸਾਡੇ ਸਮਾਜ ਸੇਵੀ ਨੇ, ਸਾਡੀਆਂ ਸਰਕਾਰਾਂ ਨੇ ਤੇ ਇਸ ਵਿਵਸਥਾ ਨੂੰ ਚਲਾਉਣ ਵਾਲੇ ਜਿਹੜੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਨੇ, ਉਹ ਸਭ ਨੂੰ ਸੋਚਣਾ ਪਵੇਗਾ ਕਿ ਅਸੀਂ ਇਸ ਧਰਤੀ ਨੂੰ ਮਨੁੱਖਾਂ ਦੇ ਰਹਿਣ ਯੋਗ ਬਣਾਈਏ। ਇਹ ਬੜੇ ਵੱਡੇ ਫਿਕਰ ਨੇ। ਦੇਖੋ ਅਸੀਂ ਮੈਂ ਤੁਹਾਡੀ ਗੱਲ ਟੋਕ ਰਿਹਾ, ਮੈਂ ਮਾਫੀ ਚਾਹੁੰਦਾ ਇਸ ਵਾਸਤੇ। ਮੇਰੇ ਜ਼ਿਹਨ ਦੇ ਵਿੱਚ ਇੱਕ ਸਵਾਲ ਆ ਰਿਹਾ ਕਿ ਅਸੀਂ ਸਾਡੇ ਜਿਹੜੇ ਆਗੂ ਹੁੰਦੇ ਨੇ, ਸਿਆਸਤਦਾਨ ਹੁੰਦੇ ਨੇ, ਉਹ ਇਸ ਤਰ੍ਹਾਂ ਦੇ ਮੁੱਦੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਰੱਖਦੇ ਨਹੀਂ। ਅਸੀਂ ਲੋਕ ਜਦੋਂ ਸਾਡੇ ਕੋਲ ਕੋਈ ਵੀ ਆਗੂ ਆਉਂਦਾ, ਅਸੀਂ ਉਹਦੇ ਕੋਲ ਹਸਪਤਾਲ ਮੰਗਦੇ ਆ। ਅਸੀਂ ਹਸਪਤਾਲ ਕਿਉਂ ਮੰਗੀਏ? ਬਿਲਕੁਲ। ਅਸੀਂ ਸਹੀ ਵਾਤਾਵਰਣ ਕਿਉਂ ਨਹੀਂ ਮੰਗਦੇ? ਬਿਲਕੁਲ। ਅਸੀਂ ਕਿਉਂਕਿ ਅਸੀਂ ਜੀਣਾ ਚਾਹੁੰਦੇ ਆ, ਅਸੀਂ ਬਿਮਾਰ ਹੋ ਕੇ ਠੀਕ ਥੋੜਾ ਹੋਣਾ ਚਾਹੁੰਦੇ ਆ, ਅਸੀਂ ਤੇ ਤੰਦਰੁਸਤ ਰਹਿਣਾ ਚਾਹੁੰਦੇ ਆ ਕਿ ਅਸੀਂ ਤੰਦਰੁਸਤ ਰਹੀਏ, ਸਾਨੂੰ ਇਦਾਂ ਦਾ ਕੋਈ ਵਾਤਾਵਰਣ ਮਿਲੇ। ਹੁਣ ਦੇਖੋ ਬਹੁਤ ਸਾਰੇ ਵਾਤਾਵਰਣ ਪ੍ਰੇਮੀ ਨੇ, ਕਿੰਨੇ ਰੁੱਖ ਲਗਾਉਂਦੇ ਆ। ਜਦੋਂ ਆਉਂਦੀਆਂ ਨੇ ਬਰਸਾਤਾਂ, ਆਉਂਦੀਆਂ ਨੇ, ਉਹ ਦਿਨ ਆਉਂਦੇ ਨੇ, ਉਸ ਵੇਲੇ ਅਸੀਂ ਵਣ ਮਹਾਉਤਸਵ ਮਨਾਉਂਦੇ ਆ, ਕਿੰਨੇ ਰੁੱਖ ਲਗਾਈਦੇ ਆ, ਪਰ ਹਰਿਆਲੀ ਫਿਰ ਵੀ ਨਹੀਂ, ਫਿਰ ਵੀ ਸਾਡਾ ਵਾਤਾਵਰਣ ਸਹੀ ਨਹੀਂ ਹੋ ਰਿਹਾ। ਬਿਲਕੁਲ, ਵਿਖਾਵੇ ਦੀ ਮਨੋਬਿਰਤੀ ਜਿਹੜੀ ਉਹ ਵੱਧ ਰਹੀ ਹੈ ਤੇ ਅਸੀਂ ਵਿਖਾਵਾ ਤਾਂ ਕਰਨਾ ਚਾਹੁੰਦੇ ਆ ਕਿ ਅਸੀਂ ਕੁਦਰਤ ਪ੍ਰੇਮੀ ਆ, ਤੇ ਪਰ ਅਸੀਂ ਕੁਦਰਤੀ ਜਿਹੜਾ ਕੁਦਰਤ ਨੂੰ ਆਪਣੇ ਸੁਭਾਅ ਦਾ ਅੰਗ ਬਣਾਈਏ, ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਪਛੜ ਜਾਂਦੇ ਆ। ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ, ਮੈਂ ਉਹਦਾ ਜਵਾਬ ਦਿਆਂ। ਮੈਂ ਸਮਝਦਾ ਕਿ ਦਰਿਆਵਾਂ ਨੂੰ ਸਾਫ਼ ਕਰਨ ਦੀ ਲੋੜ ਨਹੀਂ ਹੁੰਦੀ। ਜਿਵੇਂ ਅਸੀਂ ਦੇਖਦੇ ਹਾਂ ਕਿ ਸਰਕਾਰਾਂ ਦਰਿਆਵਾਂ ਨੂੰ ਸਾਫ਼ ਕਰਨ ਲਈ ਬਜਟ ਰੱਖਦੀਆਂ, ਵੱਡੇ ਵੱਡੇ ਕਰੋੜਾਂ ਦੇ ਬਜਟ ਰੱਖਦੀਆਂ। ਦਰਿਆ ਤਾਂ ਆਦਿ ਜੁਗਾਦ ਤੋਂ ਵਗ ਰਹੇ ਸੀ, ਉਹਨਾਂ ਨੂੰ ਸਾਫ਼ ਕੌਣ ਕਰਦਾ ਸੀ? ਉਹਨਾਂ ਦੇ ਪਾਣੀ ਨਿਰਮਲ ਸੀ, ਉਹਨਾਂ ਦੇ ਨੀਲੇ ਸਾਫ਼ ਪਾਣੀ ਸੀ, ਪਰ ਉਹਨਾਂ ਨੂੰ ਗੰਦਾ ਕਿਹਨੇ ਕੀਤਾ? ਉਹਨਾਂ 'ਚ ਗੰਦ ਪਾਉਣ ਨੂੰ ਰੋਕਣ ਦੀ ਲੋੜ ਹੁੰਦੀ ਹੈ, ਪਰ ਹੁਣ ਅਸੀਂ ਉਹਨਾਂ ਨੂੰ ਗੰਦਾ ਇੰਨਾ ਕਰ ਲਿਆ ਕਿ ਸਾਨੂੰ ਦਰਿਆਵਾਂ ਨੂੰ ਸਾਫ਼ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਰੁੱਖ ਜਿਹੜੇ ਆ, ਰੁੱਖਾਂ ਨੂੰ ਲਾਉਣ ਦੀ ਲੋੜ ਨਹੀਂ ਹੁੰਦੀ। ਤੁਸੀਂ ਹੈਰਾਨ ਹੋਵੋਗੇ, ਰੁੱਖਾਂ ਨੂੰ ਜੇ ਅਸੀਂ ਕੁਦਰਤ ਦੇ ਸੁਭਾਅ ਨੂੰ ਸਮਝੀਏ, ਪੜ੍ਹੀਏ, ਜਾਣੀਏ, ਤੇ ਸਾਨੂੰ ਪਤਾ ਲੱਗੇ ਰੁੱਖਾਂ ਨੂੰ ਬਿਲਕੁਲ ਲਾਉਣ ਦੀ ਲੋੜ ਨਹੀਂ। ਜੰਗਲਾਂ ਨੂੰ ਕਿਹਨੇ ਲਾਇਆ ਹੈ? ਬਿਲਕੁਲ, ਬਹੁਤ ਵੱਡਾ ਸਵਾਲ ਹੈ ਉਹ ਤਾਂ ਆਪਣੇ ਆਪ, ਰੁੱਖ ਤਾਂ ਆਪਣੇ ਆਪ ਪੈਦਾ ਹੁੰਦੇ ਆ। ਰੁੱਖਾਂ ਦੇ ਬੀਜ ਇੱਕ ਥਾਂ ਤੋਂ ਦੂਸਰੀ ਥਾਂ ਤੇ ਪੰਛੀ ਲੈ ਕੇ ਜਾਂਦੇ ਆ ਤੇ ਉਹ ਆਪਣੇ ਆਪ ਦਾ ਵਾਧਾ ਕਰਦੇ ਰਹਿੰਦੇ ਆ। ਰੁੱਖਾਂ ਨੂੰ ਕੱਟੇ ਜਾਣ ਤੋਂ ਰੋਕਿਆ ਜਾਣਾ ਚਾਹੀਦਾ ਹੈ, ਪਰ ਹੁਣ ਅਸੀਂ ਰੁੱਖ ਇੰਨੇ ਜ਼ਿਆਦਾ ਖਤਮ ਕਰ ਲਏ, ਹੁਣ ਸਾਨੂੰ ਰੁੱਖਾਂ ਨੂੰ ਲਾਏ ਜਾਣ ਦੀ ਲੋੜ ਹੈ। ਤੇ ਮੈਂ ਸਮਝਦਾ ਕਿ ਲਾਏ ਜਾਣ ਤੋਂ ਵੀ ਵੱਧ ਸਾਨੂੰ ਪਾਲੇ ਜਾਣ ਦੀ ਲੋੜ ਹੈ। ਅਸੀਂ ਰੁੱਖਾਂ ਨੂੰ ਪਾਲੀਏ, ਉਹਨਾਂ ਦੀ ਸੰਭਾਲ ਕਰੀਏ। ਜੇ ਕੋਈ ਰੁੱਖਾਂ ਨੂੰ ਸੜਕਾਂ, ਨਹਿਰਾਂ ਦੇ ਕੰਢਿਆਂ ਤੇ ਉਹਨਾਂ ਨੂੰ ਬਰਬਾਦ ਕਰ ਰਿਹਾ ਤੇ ਉਹਨੂੰ ਹੱਥ ਜੋੜ ਕੇ ਰੋਕੀਏ। ਇਸੇ ਤਰ੍ਹਾਂ ਤੁਸੀਂ ਹਸਪਤਾਲ ਵਾਲੀ ਗੱਲ ਕੀਤੀ ਹੈ ਕਿ ਸਾਨੂੰ ਹਸਪਤਾਲਾਂ ਦੀ ਸ਼ਾਇਦ ਇੰਨੀ ਲੋੜ ਨਹੀਂ, ਪਰ ਹੁਣ ਬਿਮਾਰੀ ਇੰਨੀ ਹੈ ਕਿ ਸਾਨੂੰ ਲੋੜ ਹੈ। ਲੋੜ ਤਾਂ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਤੰਦਰੁਸਤ ਕਰ ਲਈਏ, ਸਾਡਾ ਵਾਤਾਵਰਣ ਤੰਦਰੁਸਤ ਹੋ ਜਾਵੇ ਕਿ ਸਾਨੂੰ ਹਸਪਤਾਲਾਂ ਦੀ ਲੋੜ ਹੀ ਨਾ ਪਵੇ।
ਹੁਣ ਪਰ ਅਸੀਂ ਇੰਨਾ ਜ਼ਿਆਦਾ ਜਿਹੜਾ ਵੱਡੀ ਪੱਧਰ ਤੇ ਬਿਮਾਰੀਆਂ ਤੋਂ ਪਰੇਸ਼ਾਨ ਹੋ ਗਏ ਹਾਂ ਕਿ ਸਾਨੂੰ ਹਸਪਤਾਲਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ। ਪਰ ਇਹਦੇ ਨਾਲ ਨਾਲ ਸਾਨੂੰ ਵਾਤਾਵਰਣ ਨੂੰ ਸੁਧਾਰਨ ਦੀ ਵੀ ਲੋੜ ਮਤਲਬ ਬਣੀ ਰਹੇਗੀ ਤੇ ਉਧਰ ਵੀ ਸਾਨੂੰ ਵੱਡੀਆਂ ਤਰਜੀਹਾਂ ਤੇ ਕੰਮ ਕਰਨਾ ਪਏਗਾ। ਬਿਲਕੁਲ ਜੀ। ਔਰ ਜੇਕਰ ਗੱਲ ਕਰੀਏ ਕਿ ਆਪਾਂ ਥੋੜਾ ਜਿਹਾ ਪਿਛਲੇ ਇੱਕ ਸਾਲ ਪਹਿਲਾਂ ਝਾਤ ਮਾਰੀਏ, ਜਦੋਂ ਕਰੋਨਾ ਕਰਕੇ ਸਾਰਾ ਕੁਝ ਬੰਦ ਸੀ, ਕੋਈ ਟ੍ਰੈਫਿਕ ਨਹੀਂ ਸੀ, ਕੋਈ ਕਾਰਖਾਨੇ ਨਹੀਂ ਸੀ ਚੱਲ ਰਹੇ, ਸਾਰਾ ਕੁਝ ਬੰਦ ਸੀ, ਤੇ ਜਲੰਧਰ ਦੇ ਵਿੱਚੋਂ ਸ਼ਿਵਾਲਕ ਦੀਆਂ ਪਹਾੜੀਆਂ ਲੋਕਾਂ ਨੇ ਕੋਠੇ ਚੜ ਚੜ ਕੇ ਵੇਖੀਆਂ, ਦੇਖੀਆਂ, ਬਹੁਤ ਵੱਡੇ ਪੱਧਰ ਤੇ ਇਹ ਖਬਰਾਂ ਅਖਬਾਰਾਂ ਦੇ ਵਿੱਚ ਵੀ ਲੱਗੀਆਂ। ਦੇਖੋ ਉਦੋਂ ਪਹਾੜੀਆਂ ਉਹ ਕਿਉਂ ਦਿਸੀਆਂ, ਅੱਜ ਕਿਉਂ ਨਹੀਂ ਦਿਸ ਰਹੀਆਂ? ਬਿਲਕੁਲ ਜੋਗੀ ਸਾਹਿਬ, ਇਹੀ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਇੰਨਾ ਜ਼ਿਆਦਾ ਵਿਕਾਸ ਦੇ ਨਾਂ ਤੇ ਵਿਨਾਸ਼ ਕਰ ਲਿਆ ਆਪਣੇ ਆਲੇ ਦੁਆਲੇ ਦਾ ਕਿ ਉਹਨੂੰ ਅਸੀਂ ਮਨੁੱਖਾਂ ਦੇ ਰਹਿਣ ਯੋਗ ਨਹੀਂ ਰਹਿਣ ਦਿੱਤਾ। ਸੋ ਕੁਦਰਤ ਜਿਹੜੀ ਹੈ ਉਹਦੇ ਵਿੱਚ ਇਹ ਸਮਰੱਥਾ ਹੈ ਕਿ ਉਹ ਚੀਜ਼ਾਂ ਨੂੰ ਆਪਣੇ ਆਪ ਠੀਕ ਕਰ ਲੈਂਦੀ ਹੈ, ਪਰ ਮਨੁੱਖ ਦੀ ਦਖਲ-ਅੰਦਾਜ਼ੀ ਕੁਦਰਤ ਦੇ ਕੰਮਾਂ ਵਿੱਚ ਇੰਨੀ ਜ਼ਿਆਦਾ ਹੈ ਕਿ ਅਸੀਂ ਜਿਹੜਾ ਆਪਣਾ ਆਲਾ ਦੁਆਲਾ ਜਿਹੜਾ ਹੈ ਉਹਨੂੰ ਲਗਾਤਾਰ ਪਲੀਤ ਕਰਦੇ ਜਾ ਰਹੇ ਹਾਂ। ਤੇ ਜਿਹੜਾ ਜੇਕਰ ਸਾਡੀ ਹਵਾ, ਸਾਡਾ ਪਾਣੀ, ਸਾਡੀ ਮਿੱਟੀ ਉਹ ਸਾਫ਼ ਨਹੀਂ ਰਹਿਣਗੇ ਤੇ ਇਹ ਪੱਕਾ ਹੈ ਕਿ ਅਸੀਂ ਵੀ ਇਸ ਕੁਦਰਤ ਦੇ ਪਸਾਰੇ ਦੇ ਵਿੱਚ ਤੰਦਰੁਸਤ ਨਹੀਂ ਰਵਾਂਗੇ। ਬਿਲਕੁਲ ਜੀ। ਔਰ ਕਿਉਂਕਿ ਅਸੀਂ ਸਾਰੀਆਂ ਗੱਲਾਂ ਕਰ ਰਹੇ ਹਾਂ, ਜਿੱਥੇ ਅਸੀਂ ਪਾਣੀਆਂ ਦੀ ਗੱਲ ਕੀਤੀ ਹੈ, ਮਿੱਟੀ ਦੀ ਗੱਲ ਕੀਤੀ ਹੈ, ਹੁਣ ਗੱਲ ਕਰਦੇ ਹਾਂ ਹਵਾ ਦੀ। ਹਾਂਜੀ, ਪਿੱਛੇ ਜੇ ਇੱਕ ਮੈਂ ਅਖਬਾਰ ਦੇ ਵਿੱਚ ਖਬਰ ਪੜ੍ਹ ਰਿਹਾ ਸੀ ਤੇ ਉੱਥੇ ਪਹਿਲੀ ਵਾਰ ਇੱਕ ਮਰੀਜ਼ ਸਾਹਮਣੇ, ਜਿਹੜਾ ਡਾਕਟਰਾਂ ਨੇ ਅਮਰੀਕਾ ਦੀ ਧਰਤੀ ਦੇ ਉੱਪਰ ਜਦੋਂ ਉਹਨਾਂ ਨੂੰ ਡਾਇਗਨੋਸ ਕੀਤਾ ਗਿਆ ਤੇ ਉਹਨੂੰ ਇਹ ਦੱਸਿਆ ਗਿਆ ਕਿ ਇਹ ਗਲੋਬਲ ਵਾਰਮਿੰਗ ਦਾ ਮਰੀਜ਼ ਹੈ। ਹਾਂਜੀ, ਬਿਲਕੁਲ ਬਿਲਕੁਲ, ਮੈਂ ਪੜ੍ਹੀ ਸੀ। ਠੀਕ ਹੈ ਨਾ? ਹਾਂਜੀ। ਤੇ ਇਹ ਜਿਹੜੀਆਂ ਹੁਣ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਇਹ ਤੋਂ ਸਾਨੂੰ ਮਨੁੱਖਤਾ ਨੂੰ ਕਿੰਨਾ ਕੁ ਡਰਨ ਦੀ ਲੋੜ ਹੈ, ਕਿੰਨਾ ਕੁ ਸੁਧਰ ਜਾਣ ਦੀ ਲੋੜ ਹੈ? ਸਾਨੂੰ ਸਭ ਨੂੰ ਚਿੰਤਤ ਹੋਣ ਦੀ ਲੋੜ ਹੈਗੀ ਹੈ, ਜ਼ਰੂਰ ਲੋੜ ਹੈਗੀ ਹੈ, ਪਰ ਇਹ ਵੀ ਕਵਾਂਗੇ ਕਿ ਮਨੁੱਖ ਹੀ ਜਿਹੜਾ ਹੈ ਉਹ ਇਸ ਸਭਿਅਤਾ ਨੂੰ ਵਿਕਾਸ ਦੇ ਇਸ ਪੜਾਅ ਤੇ ਲੈ ਕੇ ਆਇਆ ਹੈ ਤੇ ਮਨੁੱਖ ਦੇ ਅੰਦਰ ਹੀ ਬਹੁਤ ਸਾਰੀਆਂ ਇਹ ਸਮਰੱਥਾ ਨੇ ਕਿ ਉਹ ਇਹ ਸਭ ਚੀਜ਼ਾਂ ਨੂੰ ਠੀਕ ਕਰਨ ਦੀ ਵੀ ਸਮਰੱਥਾ ਰੱਖਦਾ ਹੈ। ਪਰ ਸਾਨੂੰ ਇਹ ਸਮਝਣਾ ਪਏਗਾ ਕਿ ਕੁਦਰਤ ਦੇ ਕੰਮਾਂ ਵਿੱਚ ਹੱਦੋਂ ਵੱਧ ਕੀਤੀ ਦਖਲ-ਅੰਦਾਜ਼ੀ ਜਿਹੜੀ ਹੈ ਉਹ ਸਾਡੇ ਲਈ ਬੇਹੱਦ ਘਾਟੇ ਵਾਲੀ ਸਾਬਤ ਹੋਏਗੀ। ਜੋਗੀ ਸਾਹਿਬ, ਇਸ ਸਾਲ ਨਵੰਬਰ ਦੇ ਵਿੱਚ, ਇਸੇ ਸਾਲ ਨਵੰਬਰ ਦੇ ਵਿੱਚ ਦਿੱਲੀ ਦੇ ਸਕੂਲਾਂ ਵਿੱਚ ਛੁੱਟੀਆਂ ਕਰਨੀਆਂ ਪਈਆਂ। ਕਿਉਂ ਕਰਨੀਆਂ ਪਈਆਂ? ਏਅਰ ਗੁਣਵੱਤਾ ਬਹੁਤ ਮਾੜੀ ਸੀ ਉੱਥੇ, ਬਹੁਤ ਮਾੜੀ ਸੀ ਤੇ ਸਰਕਾਰ ਨੂੰ ਇਹ ਡਰ ਹੋ ਗਿਆ ਕਿ ਬੱਚੇ ਜਿਹੜੇ ਨੇ ਉਹ ਜੇਕਰ ਬਾਹਰ ਸੜਕ ਤੇ ਜਾ ਕੇ ਸਾਹ ਲੈਣਗੇ, ਸਕੂਲ ਦੇ ਵਿੱਚ ਜਾ ਕੇ ਸਾਹ ਲੈਣਗੇ ਤਾਂ ਉਹ ਬਿਮਾਰ ਹੋ ਸਕਦੇ ਆ। ਸੋ ਇਹ ਕਿੰਨਾ ਵੱਡਾ ਸੰਕਟ ਹੈ, ਇਹ ਬਹੁਤ ਵੱਡਾ ਸੰਕਟ ਹੈ। ਅਸੀਂ ਤਾਂ ਜਿਹੜੇ ਗੁਰੂਆਂ ਨੇ ਸਾਨੂੰ ਹਵਾ, ਮਿੱਟੀ, ਪਾਣੀ ਨੂੰ ਸਾਫ਼ ਕਰਨ ਦਾ ਪੈਗਾਮ ਦਿੱਤਾ, ਅਸੀਂ ਉਹਨਾਂ ਗੁਰੂਆਂ ਦੇ ਨਾਂ ਤੇ ਜਦੋਂ ਅਸੀਂ ਪ੍ਰਭਾਤ ਫੇਰੀਆਂ ਕੱਢਦੇ ਹਾਂ, ਗੁਰਪੁਰਬ ਮਨਾਉਂਦੇ ਹਾਂ, ਉਹਨਾਂ ਗੁਰੂਆਂ ਦੇ ਨਾਂ ਤੇ ਅਸੀਂ ਪਟਾਕੇ ਚਲਾ ਕੇ ਹਵਾ ਨੂੰ ਗੰਦਾ ਕਰਨ ਲੱਗੇ ਹੁੰਦੇ ਹਾਂ। ਹਾਂ, ਹਰ ਸਾਲ ਇਸ ਤਰ੍ਹਾਂ ਹੁੰਦਾ ਹੈ ਕਿ ਹਰ ਪਿੰਡ 'ਚ, ਹਰ ਕਸਬੇ 'ਚ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਜਿਹੜੇ ਜਸ਼ਨ ਮਨਾਉਣੇ ਆ, ਅਸੀਂ ਕਹਿੰਦੇ ਹਾਂ ਕਿ ਉਹ ਹਵਾ ਨੂੰ ਵੱਧ ਤੋਂ ਵੱਧ ਪਲੀਤ ਕਰਕੇ ਮਨਾਏ ਜਾਣ ਤੇ ਫਿਰ ਸ਼ਾਇਦ ਆਲੇ ਦੁਆਲੇ ਨੂੰ ਪਤਾ ਲੱਗਦਾ ਹੈ ਕਿ ਜਸ਼ਨ ਮਨਾਏ ਜਾ ਰਹੇ ਆ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਸੁਚੇਤ ਹੋਣਾ ਪਏਗਾ। ਸਾਨੂੰ ਕੁਦਰਤ ਦਾ ਸਤਿਕਾਰ ਕਰਨ ਦੀ ਲੋੜ ਹੈਗੀ ਹੈ ਤੇ ਸਾਨੂੰ ਹਵਾ, ਮਿੱਟੀ, ਪਾਣੀ ਜਿੱਥੇ ਅਸੀਂ ਸਾਹ ਲੈਣਾ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਸਾਹ ਲੈਣਾ ਹੈ, ਉਹਦਾ ਸਾਨੂੰ ਖਿਆਲ ਕਰਨਾ ਚਾਹੀਦਾ ਜੀ। ਦੇਖੋ, ਕਿਉਂਕਿ ਸਾਡਾ ਜਿਹੜਾ ਮੁਲਕ ਆ ਉਹ ਇੱਕ ਵਿਕਾਸਸ਼ੀਲ ਜਿਹੜਾ ਦੇਸ਼ ਹੈ, ਅਸੀਂ ਹਲੇ ਵਿਕਾਸ ਕਰ ਰਹੇ ਹਾਂ ਔਰ ਇਹ ਵੀ ਗੱਲ ਪੱਕੀ ਹੈ ਕਿ ਜਦੋਂ ਵਿਕਾਸ ਹੁੰਦਾ ਹੈ ਸੱਭਿਆਚਾਰ ਦਾ, ਸੰਸਕ੍ਰਿਤੀ ਦਾ ਵਿਨਾਸ਼ ਵੀ ਹੁੰਦਾ ਹੈ। ਅਸੀਂ ਹੁਣ ਜੇ ਸੜਕਾਂ ਚੌੜੀਆਂ ਕਰਨੀਆਂ, ਆਲੇ ਦੁਆਲੇ ਸਾਨੂੰ ਦਰਖਤ ਵੀ ਕੱਟਣੇ ਪੈਣਗੇ, ਸਾਡੀ ਮਜਬੂਰੀ ਹੈ। ਚਲੋ ਉਹ ਸੜਕਾਂ ਵੀ ਚੌੜੀਆਂ ਹੋ ਗਈਆਂ, ਹਾਈਵੇ ਵੀ ਬਣ ਗਏ, ਸਾਰਾ ਕੁਝ ਬਣ ਗਿਆ, ਪਰ ਹੁਣ ਅਸੀਂ ਤਰੱਕੀ ਵੀ ਕਰਨੀ ਹੈ, ਨਾਲ ਦੀ ਨਾਲ ਆਪਣਾ ਵਾਤਾਵਰਨ ਵੀ ਬਚਾਉਣਾ। ਕੀ ਤਰਜੀਹਾਂ ਦੇਣੀਆਂ ਚਾਹੋਗੇ? ਜੋਗੀ ਸਾਹਿਬ, ਮੈਂ ਇਹ ਕਹਿਣਾ ਚਾਹਾਂਗਾ ਕਿ ਬੇਸ਼ੱਕ ਸਾਨੂੰ ਸੜਕਾਂ ਚੌੜੀਆਂ ਕਰਨ ਦੀ ਲੋੜ ਹੈਗੀ ਹੈ, ਪਰ ਸਾਨੂੰ ਇਹ ਖਿਆਲ ਕਰਨਾ ਚਾਹੀਦਾ ਹੈ ਕਿ ਜਿਹੜੇ ਸਾਡੇ ਕੋਲ ਜੰਗਲ ਬਚੇ ਆ, ਜਿਹੜੇ ਚਾਹੇ ਉਹ ਸੜਕਾਂ ਦੇ ਆਲੇ ਦੁਆਲੇ ਹੀ ਰੁੱਖ ਕਿਉਂ ਨਾ ਹੋਣ, ਉਹਨਾਂ ਦੇ ਪਾਸਿਓਂ ਦੀ ਕਰਕੇ ਰੋਡ ਕੱਢ ਲੈ ਜਾਣ, ਹੋਰ ਜਿਹੜੀ ਖਾਲੀ ਥਾਂ ਪਈ ਹੈ ਉੱਥੇ ਸੜਕ ਬਣਾ ਲਈ ਜਾਏ, ਜਿਹੜੇ ਰੁੱਖ ਹੈਗੇ ਆ ਉਹਨਾਂ ਨੂੰ ਮਿਹਰਬਾਨੀ ਕਰਕੇ ਉਹਨਾਂ ਤੇ ਰਹਿਮ ਕੀਤਾ ਜਾਵੇ। ਅਸੀਂ ਇੱਕ ਤਰ੍ਹਾਂ ਨਾਲ ਰੁੱਖਾਂ ਨੂੰ ਪੱਟਿਆ ਨਹੀਂ, ਰੁੱਖਾਂ ਨੂੰ ਅਸੀਂ ਵੱਢਿਆ ਨਹੀਂ, ਅਸੀਂ ਰੁੱਖਾਂ ਦਾ ਕਤਲੇਆਮ ਕੀਤਾ ਹੈ ਤੇ ਅਸੀਂ ਜਦੋਂ ਰੁੱਖਾਂ ਦਾ ਕਤਲੇਆਮ ਕਰਦੇ ਆ ਤੇ ਉਦੋਂ ਇਸ ਧਰਤੀ ਤੇ ਜੀਵਨ ਨੂੰ ਵੀ ਕਿਤੇ ਨਾ ਕਿਤੇ ਕਤਲ ਕਰ ਰਹੇ ਹੁੰਦੇ ਆ ਜੀ। ਇੱਥੇ ਕਿ ਮੈਂ ਮਾਫੀ ਚਾਹੁੰਦਾ, ਇੱਕ ਉਦਾਹਰਨ ਮੈਂ ਦੇਣੀ ਚਾਹੁੰਦਾ। ਮੈਂ ਪੜ੍ਹਿਆ ਸੀ ਅਖਬਾਰ ਦੇ ਵਿੱਚ ਵੀ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇੱਕ ਪਵਿੱਤਰ ਬੇਰੀ ਆ, ਔਰ ਉਸ ਬੇਰੀ ਨੂੰ ਕਹਿੰਦੇ ਜਦੋਂ ਕੋਈ ਬਿਮਾਰੀ ਪਈ ਨਾ ਤੇ ਖੇਤੀ ਵਿਗਿਆਨੀ ਆਏ, ਉਹਨਾਂ ਨੇ ਉਸ ਬੇਰੀ ਨੂੰ ਠੀਕ ਕੀਤਾ
ਇੰਜੈਕਸ਼ਨ ਵੀ ਲਗਵਾਏ ਗਏ, ਕਹਿੰਦੇ ਬਹੁਤ ਕੁਝ ਉਹਦਾ ਟ੍ਰੀਟਮੈਂਟ ਕੀਤਾ ਔਰ ਫਿਰ ਹਰੀ ਭਰੀ ਹੋ ਗਈ। ਕਿ ਇਸ ਤਰ੍ਹਾਂ ਦਾ ਟ੍ਰੀਟਮੈਂਟ ਅਸੀਂ ਸਾਰਿਆਂ ਰੁੱਖਾਂ ਨੂੰ ਨਹੀਂ ਕਰ ਸਕਦੇ? ਬਿਲਕੁਲ, ਅਸੀਂ ਉਹਨਾਂ ਤਰਜੀਹਾਂ ਤੇ ਸਾਨੂੰ ਕੰਮ ਕਰਨ ਦੀ ਲੋੜ ਹੈਗੀ। ਸ਼ਾਇਦ ਇੰਨਾ ਹਰ ਇੱਕ ਰੁੱਖ ਲਈ ਟ੍ਰੀਟਮੈਂਟ ਦੀ ਸ਼ਾਇਦ ਲੋੜ ਪੱਟ ਕੇ, ਜਿੱਦਾਂ ਹੁਣ ਆਮ ਤੌਰ ਤੇ ਅਸੀਂ ਵੀਡੀਓ ਦੇਖਦੇ ਹਾਂ ਵਿਦੇਸ਼ਾਂ ਦੀਆਂ ਕਿ ਦਰਖਤ ਨੂੰ ਪੱਟਦੇ ਆ, ਕਿ ਦਰਖਤ ਨੂੰ ਪੱਟ ਕੇ ਦੂਸਰੀ ਥਾਂ ਤੇ ਕੀਤਾ ਜਾ ਸਕਦਾ ਹੈ। ਪਰ ਸਾਡੇ ਗੱਲ ਫਿਰ ਉੱਥੇ ਆ ਜਾਂਦੀ ਕਿ ਸਾਡੀ ਜਿਹੜੀ ਮਾਨਸਿਕਤਾ ਹੈ ਉਹ ਇਹ ਬਣ ਗਈ ਹੈ ਕਿ ਅਸੀਂ ਪਹਿਲੀ ਕਿਹੜੀ ਚੀਜ਼ ਹੈ ਜਿੱਥੇ ਜਾ ਕੇ ਅਸੀਂ ਕੰਮ ਕਰਾਂਗੇ ਤੇ ਸਾਨੂੰ ਮੁਨਾਫਾ ਹੋਏਗਾ। ਤੇ ਉਹ ਮੁਨਾਫਾ ਕੀ ਹੈ ਕਿ ਸਾਡੇ ਸਾਹਮਣੇ ਰੁੱਖ ਖੜੇ ਆ, ਰੁੱਖਾਂ ਨੂੰ ਪੱਟਿਆ ਜਾਵੇ, ਵੇਚਿਆ ਜਾਵੇ, ਵੱਢਿਆ ਜਾਵੇ, ਉਹਦੇ ਤੋਂ ਇੱਕ ਮੁਨਾਫਾ ਲਿਆ ਜਾਵੇ। ਫਿਰ ਉੱਥੇ ਸੜਕ ਬਣਾਉਣ ਦਾ ਕੰਮ ਹੈ, ਫਿਰ ਉੱਥੇ ਹੋਰ ਕੰਮ ਨੇ, ਫਿਰ ਲਾਈਟ ਦਾ ਕੰਮ ਹੈ, ਹੋਰ ਇਸ ਤਰ੍ਹਾਂ ਇਹ ਸਾਰਾ ਕੁਝ ਸਭ ਚੀਜ਼ਾਂ ਨੂੰ ਜਦੋਂ ਅਸੀਂ ਮੁਨਾਫੇ ਦੀ ਮਨੋਬਿਰਤੀ ਨਾਲ ਦੇਖਦੇ ਹਾਂ ਤੇ ਉਦੋਂ ਸਾਡਾ ਜਿਹੜਾ ਆਲਾ ਦੁਆਲਾ ਹੈ ਉਹ ਉਸ ਪ੍ਰਵਿਰਤੀ ਨਾਲ ਪ੍ਰਭਾਵਿਤ ਹੁੰਦਾ ਹੈ। ਉਹਨੇ ਹੋਣਾ ਹੀ ਹੈ। ਪਰ ਜਦੋਂ ਅਸੀਂ ਕੁਦਰਤ ਦਾ ਸਤਿਕਾਰ ਕਰਨਾ ਸਿੱਖਾਂਗੇ, ਅਸੀਂ ਆਪਣੇ ਆਲੇ ਦੁਆਲੇ ਦਾ ਸਤਿਕਾਰ ਕਰਨਾ ਸਿੱਖਾਂਗੇ, ਤੇ ਜਦੋਂ ਅਸੀਂ ਇਹ ਸੋਚਾਂਗੇ ਕਿ ਇਹ ਜਿਹੜੇ ਰੁੱਖ ਨੇ, ਕਦੇ ਜਦੋਂ ਅਸੀਂ ਇਸ ਧਰਤੀ ਤੇ ਨਹੀਂ ਵੀ ਹੋਵਾਂਗੇ, ਇਸ ਧਰਤੀ ਤੇ ਸਾਡੀਆਂ ਨਸਲਾਂ ਹੋਣਗੀਆਂ ਤੇ ਉਹ ਸਾਡੇ ਤੇ, ਸਾਡੇ ਰਹਿਣ ਸਹਿਣ ਤੇ, ਸਾਡੀਆਂ ਗਤੀਵਿਧੀਆਂ ਤੇ ਤਰਸ ਨਾ ਉਹਨਾਂ ਨੂੰ ਕਰਨਾ ਪਵੇ ਕਿ ਸਾਡੇ ਵੱਡੇ ਵਡੇਰੇ ਕਿਸ ਤਰ੍ਹਾਂ ਦੇ ਸੀ ਜਿਨ੍ਹਾਂ ਨੇ ਇਸ ਧਰਤੀ ਨੂੰ ਮਨੁੱਖਾਂ ਦੇ ਰਹਿਣ ਯੋਗਾ ਛੱਡਿਆ ਹੀ ਨਹੀਂ। ਸੋ ਉਹਨਾਂ ਨੂੰ ਮਾਣ ਤੇ ਫਖਰ ਹੋਣਾ ਚਾਹੀਦਾ ਹੈ ਕਿ ਸਾਡੇ ਵੱਡੇ ਵਡੇਰੇ ਜਿਹੜੇ ਸੀ ਉਹ ਕੁਦਰਤ ਦਾ ਸਤਿਕਾਰ ਕਰਦੇ ਸੀ, ਰੁੱਖਾਂ ਦਾ ਸਤਿਕਾਰ ਕਰਦੇ ਸੀ, ਪਾਣੀ ਦਾ ਸਤਿਕਾਰ ਕਰਦੇ ਸੀ, ਹਵਾ ਦਾ ਸਤਿਕਾਰ ਕਰਦੇ ਸੀ। ਸੋ ਅਸੀਂ ਅੱਜ ਲੋੜ ਹੈ ਕਿ ਅਸੀਂ ਬੇਸ਼ੱਕ ਜਿਹੜੀ ਅਸੀਂ ਕਮਾਈ ਤੇ ਟੇਕ ਰੱਖੀ ਹੋਈ ਹੈ ਉਹ ਬੇਸ਼ੱਕ ਥੋੜੀ ਘੱਟ ਹੋ ਜਾਵੇ, ਪਰ ਇਸ ਕੁਦਰਤ ਦੇ ਪਸਾਰੇ ਦੇ ਵਿੱਚ ਅਸੀਂ ਕੁਦਰਤੀ ਢੰਗ ਦੇ ਨਾਲ ਜੀਵੀਏ। ਅਸੀਂ ਕੁਦਰਤ ਨੂੰ, ਕੁਦਰਤ ਦਾ ਸਤਿਕਾਰ ਕਰਨਾ ਸਿੱਖੀਏ, ਆਪਣੇ ਆਲੇ ਦਾ ਪੌਣ ਪਾਣੀ ਜਿਹੜਾ ਉਹਨੂੰ ਸਵੱਛ ਰੱਖਣ ਦੀ ਕੋਸ਼ਿਸ਼ ਕਰੀਏ ਜੀ। ਕਿਉਂਕਿ ਇਹ ਸਤਿਕਾਰ ਜਿਹੜਾ ਲਫ਼ਜ਼ ਹੈ ਇਹ ਬਹੁਤ ਕੁਝ ਸਾਨੂੰ ਸਿਖਾਉਂਦਾ। ਬਿਲਕੁਲ, ਜਿਵੇਂ ਅਸੀਂ ਮਾਪਿਆਂ ਨੂੰ ਘਰਾਂ ਦੇ ਵਿੱਚ ਸਤਿਕਾਰ ਦਿੰਦੇ ਹਾਂ, ਉਸੇ ਤਰ੍ਹਾਂ ਕੁਦਰਤ ਨੂੰ ਜੇਕਰ ਸਤਿਕਾਰ ਦਈਏ, ਇੱਕ ਮਾਂ ਆਪਣੇ ਬੱਚੇ ਨੂੰ ਗੋਦ ਵਿੱਚ ਬਿਠਾ ਕੇ ਕਿੰਨਾ ਪਿਆਰ ਦਿੰਦੀ ਹੈ, ਉਸੇ ਤਰ੍ਹਾਂ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ, ਮੰਗਿਆ ਸਾਡੇ ਕੋਲ ਕੁਝ ਨਹੀਂ ਉਹਨੇ। ਤੇ ਅੱਜ ਜੇਕਰ ਉਹ ਕੁਦਰਤ ਮੰਗ ਰਹੀ ਹੈ ਕਿ ਮੇਰਾ ਤੁਸੀਂ ਸਤਿਕਾਰ ਕਰੋ, ਮੈਂ ਤੁਹਾਨੂੰ ਬਹੁਤ ਕੁਝ ਦਿੰਨੀ ਹੈ, ਕੀ ਸਾਡੇ ਮਨੁੱਖੀ ਫਰਜ਼ ਨੇ, ਕੀ ਸਾਡੇ ਵੱਡੇ ਸਾਡੀਆਂ ਤਰਜੀਹਾਂ ਹੋਣੀਆਂ ਚਾਹੀਦੀਆਂ ਕਿ ਅਸੀਂ ਇਸ ਵਾਤਾਵਰਨ ਨੂੰ ਆਉਣ ਵਾਲੀਆਂ ਨਸਲਾਂ ਦੇ ਵਾਸਤੇ ਤੰਦਰੁਸਤ ਕਰਕੇ ਜਾਣਾ, ਤਾਂ ਕਿ ਉਹ ਹਸਪਤਾਲਾਂ ਦੇ ਵਿੱਚ ਲਾਈਨਾਂ ਲਗਾ ਕੇ ਨਾ ਖੜੇ ਹੋਣ। ਚਰਨਜੀਤ ਜੀ, ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਧਰਤੀ ਤੇ ਅਸੀਂ ਕੁਝ ਸਮਾਂ ਰਹਿਣ ਵਾਸਤੇ ਆਏ ਹਾਂ ਜੀ, ਤੇ ਇਸ ਧਰਤੀ ਤੇ ਰਹਿੰਦਿਆਂ ਸਾਡੇ ਜਿਹੜਾ ਫਰਜ਼ਾਂ ਦਾ ਦਾਇਰਾ ਹੈ ਉਹ ਸਾਡੇ ਆਪਣੇ ਆਪ ਜਾਂ ਸਾਡੇ ਪਰਿਵਾਰ ਤੱਕ ਸੀਮਿਤ ਨਹੀਂ ਜੀ, ਉਹ ਸਾਡੇ ਸਮਾਜ ਤੱਕ ਵੀ ਸੀਮਿਤ ਹੈ। ਤੇ ਇਸ ਤੋਂ ਅਗਾਂਹ ਇਸ ਕੁਦਰਤ ਦੇ ਪਸਾਰੇ ਲਈ ਵੀ ਮਤਲਬ ਕਿ ਸਾਡੀਆਂ ਤਰਜੀਹਾਂ ਜਿਹੜੀਆਂ ਹੋਣੀਆਂ ਚਾਹੀਦੀਆਂ, ਸਾਡੇ ਫਰਜ਼ਾਂ ਦਾ ਦਾਇਰਾ ਹੈ ਕੁਦਰਤ ਤੱਕ ਵੀ ਹੋਣਾ ਚਾਹੀਦਾ ਹੈ। ਸੋ ਪੁਰਾਣੇ ਵੇਲਿਆਂ ਦੇ ਵਿੱਚ ਲੋਕ ਰੁੱਖਾਂ ਨੂੰ ਪੂਜਦੇ ਸੀ, ਉਹਨਾਂ ਨੂੰ ਸਤਿਕਾਰ ਦਿੰਦੇ ਸੀ। ਰੁੱਖਾਂ ਨੂੰ ਪੂਜਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਤੋਂ ਕੁਝ ਇਸ ਤਰ੍ਹਾਂ ਦਾ ਚਾਹੁੰਦੇ ਸੀ ਕਿ ਕੋਈ ਕਰਾਮਾਤੀ ਉਹਨਾਂ ਦੇ ਜੀਵਨ ਵਿੱਚ ਕੁਝ ਘਟਨਾ ਵਾਪਰੇਗੀ। ਉਹਨਾਂ ਦਾ ਮਤਲਬ ਇਹ, ਉਹ ਜਾਣਦੇ ਸੀ, ਸਮਝਦੇ ਸੀ ਕਿ ਸਾਡੇ ਆਲੇ ਦੁਆਲੇ ਰੁੱਖ ਹੋਣਗੇ। ਤੇ ਅਸੀਂ ਹਰ ਪਿੰਡ ਦੇ ਵਿੱਚ ਮੈਂ ਦੇਖਿਆ ਹੈ ਕਿ ਹਰ ਪਿੰਡ ਦੇ ਵਿੱਚ ਇੱਕ ਛੱਪੜ ਹੁੰਦਾ ਸੀ, ਤੇ ਹਰ ਪਿੰਡ ਦੇ ਵਿੱਚ ਵੱਡੇ ਬੋਰਡ, ਵੱਡੇ ਪਿੱਪਲ ਵੱਡੇ ਹੁੰਦੇ ਸੀ, ਉਹਨਾਂ ਦੇ ਥੱਲੇ ਦੁਪਹਿਰ ਵੇਲੇ ਲੋਕ ਬੈਠਦੇ ਹੁੰਦੇ ਸੀ। ਉਹ ਸਾਰਾ ਕੁਝ ਖਤਮ ਹੋ ਗਿਆ ਇੱਕ ਤਰ੍ਹਾਂ ਨਾਲ, ਵਿਕਾਸ ਦੇ ਨਾਂ ਤੇ ਉਹਨੂੰ ਖਤਮ। ਅਸੀਂ ਵਿਖਾਵੇ ਦਾ ਜੀਵਨ ਜਿਉਣ ਲੱਗ ਪਏ ਹਾਂ, ਅਸੀਂ ਸਟੇਟਸ ਲਈ ਜਿਉਣ ਲੱਗ ਪਏ ਹਾਂ। ਸੋ ਮਨੁੱਖ ਨੇ ਸਾਰਾ ਕੁਝ ਜਿਹੜਾ ਹੈ ਉਹ ਵਿਖਾਵੇ ਲਈ ਨਹੀਂ ਕਰਨਾ, ਇਸ ਲਈ ਨਹੀਂ ਕਰਨਾ ਕਿ ਉਹਦਾ ਨਾਮ ਹੋਵੇ ਤੇ ਉਹਦੇ ਨਾਮ ਦਾ ਡੰਕਾ ਵੱਜੇ। ਉਹਨੂੰ ਚਾਹੀਦਾ ਇਹ ਆ ਕਿ ਉਹ ਜਿਹੜਾ ਸਾਡਾ ਆਲਾ ਦੁਆਲਾ ਹੈ ਉਹਨੂੰ ਚੰਗਾ ਕਰਨ ਲਈ ਵੀ ਯਤਨਸ਼ੀਲ ਹੋਵੇ ਤਾਂ ਕਿ ਉਹ ਜਿੱਥੇ ਅਸੀਂ ਰਹਿੰਦੇ ਹਾਂ ਤੇ ਸਾਡੇ ਆਉਣ ਵਾਲੀਆਂ ਨਸਲਾਂ ਨੇ ਜਿੱਥੇ ਸਾਹ ਲੈਣਾ ਹੈ, ਉਹ ਧਰਤੀ ਜਿਹੜੀ ਹੈ ਉਹ ਮਨੁੱਖਾਂ ਦੇ ਰਹਿਣ ਯੋਗ ਹੋਵੇ, ਉਹਦੇ ਤੇ ਅਸੀਂ ਮਾਣ ਕਰ ਸਕੀਏ, ਫਖਰ ਕਰ ਸਕੀਏ। ਬਿਲਕੁਲ ਜੀ। ਔਰ ਕੁਝ ਕੁ ਛਾਵਾਂ ਰੱਖਿਓ, ਇਹ ਤੁਹਾਡਾ ਸੁਨੇਹਾ ਵੀ ਹੈ। ਔਰ ਸਾਰਿਆਂ ਨੂੰ, ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਸੱਚਮੁੱਚ ਸਾਨੂੰ ਕੁਝ ਕੁ ਛਾਵਾਂ ਰੱਖਣੀਆਂ ਚਾਹੀਦੀਆਂ ਨੇ ਕਿ ਜਿੱਥੇ ਅਸੀਂ ਤੱਤੇ ਥਾਂ ਤੇ ਪੈਰ ਧਰਦੇ ਹਾਂ ਉੱਥੇ ਕੁਝ ਕੁ ਛਾਵਾਂ ਹੋਣ। ਇਹ ਕੁਝ ਕੁ ਛਾਵਾਂ ਬਾਰੇ ਵੀ ਜਿਹੜਾ ਤੁਹਾਡਾ ਬਹੁਤ ਵੱਡੇ ਪੱਧਰ ਤੇ ਜਿਹੜਾ ਇਹ ਇੱਕ ਕਿਤਾਬ ਜਿਹੜੀ ਤੁਹਾਡੀ ਛਾਪੀ ਗਈ ਆ ਔਰ ਫ੍ਰੀ ਆਫ ਕਾਸਟ ਵੰਡੀ ਗਈ ਆ, ਇਹਦੇ ਬਾਰੇ ਵੀ ਜ਼ਿਕਰ ਕਰਨਾ ਚਾਹਾਂਗੇ। ਹਾਂਜੀ, ਉਹ ਇੱਕ ਕਿਤਾਬ ਸੀ ਮੇਰੀ, ਕੁਝ ਕੁ ਛਾਵਾਂ ਰੱਖਿਓ ਜੀ, ਤੇ ਉਹ ਕਿਤਾਬ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਭਗਤ ਪੂਰਨ ਸਿੰਘ ਡਾਕਟਰ ਬੀਬੀ ਇੰਦਰਜੀਤ ਕੌਰ ਜੀ ਦੀ ਮਤਲਬ ਪ੍ਰਕਾਸ਼ਨਾ ਹੇਠ ਛਾਪੀ ਗਈ ਜੀ। ਤੇ ਉਹ ਸਾਰੇ ਜਿਹੜੇ ਸਾਡੇ ਧਾਰਮਿਕ ਸਥਾਨ ਹੈਗੇ ਆ ਸ੍ਰੀ ਦਰਬਾਰ ਸਾਹਿਬ ਸਮੇਤ, ਉਹ ਸਾਰੇ ਉਹਨਾਂ ਦੇ ਜਿਹੜੇ ਸਟਾਲ ਹੈਗੇ ਆ ਭਗਤ ਪੂਰਨ ਸਿੰਘ ਦੇ, ਉਹਨਾਂ ਤੋਂ ਫ੍ਰੀ ਲੋਕਾਂ ਨੂੰ ਉਹ ਵੰਡਦੇ ਆ। ਕੋਈ 200 ਪੰਨੇ ਦੀ ਕਿਤਾਬ ਹੈਗੀ ਹੈ।
ਤੇ ਉਹ ਬੜਾ ਲੋਕਾਂ ਦੇ ਵਿੱਚ ਜਿਹੜਾ ਵਾਤਾਵਰਨ ਦੇ ਵਿੱਚ ਸਾਡੇ ਕੀ ਸਾਨੂੰ ਕਰਨ ਦੀ ਲੋੜ ਹੈਗੀ ਹੈ ਉਹਦੇ ਲਈ ਕਾਫੀ ਕੁਝ ਹੈਗਾ ਹੈ। ਤੇ ਲੋਕ ਫੋਨ ਕਾਲ ਵੀ ਮੈਨੂੰ ਆਉਂਦੀਆਂ ਤੇ ਮਤਲਬ ਭਗਤ ਪੂਰਨ ਸਿੰਘ ਜੀ ਬਾਰੇ ਤਾਂ ਅਸੀਂ ਬਹੁਤ ਪਹਿਲਾਂ ਸਾਨੂੰ ਵਾਤਾਵਰਨ ਪ੍ਰਤੀ ਉਹ ਅਵੇਅਰ ਕਰਦੇ ਰਹੇ ਬਿਲਕੁਲ। ਸੋ ਉਹਨਾਂ ਦੀ ਸੰਸਥਾ ਵੱਲੋਂ ਇਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਕੀਤਾ ਜਾਣਾ ਹੋਰ ਬੜੇ ਮਾਣ ਵਾਲੀ ਗੱਲ ਹੈ, ਬੜੇ ਫਖਰ ਵਾਲੀ ਗੱਲ ਹੈ। ਜਾਂਦੇ ਜਾਂਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਸਾਰੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਕਿਉਂਕਿ ਅੱਜ ਅਸੀਂ ਤੰਦਰੁਸਤੀ ਵਾਲਾ ਜੀਵਨ ਚਾਹੁੰਦੇ ਹਾਂ, ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਤੰਦਰੁਸਤੀ ਬਖਸ਼ੀ। ਅੱਜ ਸਿਰਫ ਇਹੀ ਕਹਿੰਦੇ ਅਸੀਂ ਕਿ ਪ੍ਰਮਾਤਮਾ ਤੰਦਰੁਸਤੀ ਬਖਸ਼ੀ। ਕੀ ਕਹੋਗੇ ਸਾਡੇ ਦਰਸ਼ਕਾਂ ਨੂੰ ਇਸ ਪ੍ਰੋਗਰਾਮ ਦੇ ਜਾਂਦੇ ਜਾਂਦੇ? ਲਿਖਿਆ ਕਿਸੇ ਸ਼ਾਇਰ ਨੇ ਕਿ ਚੂਸਣ ਜ਼ਹਿਰ ਤਮਾਮ ਹਵਾ ਚੋਂ, ਨਾ ਹੋਣ ਪਲੀਤ ਫਿਜ਼ਾਵਾਂ, ਰੁੱਖ ਹੁੰਦੇ ਦਰਵੇਸ਼ਾਂ ਵਰਗੇ ਤੇ ਮਾਵਾਂ ਵਰਗੀਆਂ ਛਾਵਾਂ। ਵਾਹ। ਤੇ ਮੈਂ ਚਾਹਾਂਗਾ ਕਿ ਜਿਹੜਾ ਰੁੱਖਾਂ ਦਾ, ਜੰਗਲਾਂ ਦਾ ਤੇ ਆਲੇ ਦੁਆਲੇ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਤੇ ਸਾਨੂੰ ਜਿੱਥੇ ਅਸੀਂ ਆਪਣੇ ਜੀਵਨ ਨੂੰ ਬਹੁਤ ਸਾਰਾ ਸਮਾਂ ਦਿੰਦੇ ਹਾਂ ਜੀ, ਉਹਦੇ ਨਾਲ ਦੇ ਨਾਲ ਅਸੀਂ ਕੁਦਰਤ ਲਈ ਵੀ ਕੁਝ ਸਮਾਂ ਕੱਢੀਏ। ਬਿਲਕੁਲ ਜੀ, ਕੁਦਰਤ ਲਈ ਸਮਾਂ ਕੱਢੀਏ ਤਾਂ ਕਿ ਸਾਡਾ ਆਉਣ ਵਾਲਾ ਜੀਵਨ ਜਿਹੜਾ ਸੁਖਮਈ, ਸ਼ਾਂਤਮਈ, ਆਨੰਦਮਈ ਹੋਵੇ। ਤੁਸੀਂ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਹੁਤ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਸੁਖਦਾਨੀ ਸਾਂ ਵਿੱਚ ਰਹਿਣਾ, ਫਿਜ਼ਾਵਾਂ ਧੂੰਆਂਦਾਰ ਹੋ ਗਈਆਂ। ਸਾਂ ਸੁਖਦਾਨੀ ਸਾਂ ਵਿੱਚ ਰਹਿਣਾ, ਫਿਜ਼ਾਵਾਂ ਧੂੰਆਂਦਾਰ ਹੋ ਗਈਆਂ। ਸਿਹਤਮੰਦ ਨੀ ਕਿਸੇ ਨੇ ਰਹਿਣਾ, ਸਿਹਤਮੰਦ ਨੀ ਕਿਸੇ ਨੇ ਰਹਿਣਾ। ਹਵਾਵਾਂ ਹੀ ਬਿਮਾਰ ਹੋ ਗਈਆਂ, ਸਿਹਤਮੰਦ ਨੀ ਕਿਸੇ ਨੇ ਰਹਿਣਾ। ਹਵਾਵਾਂ ਹੀ ਬਿਮਾਰ ਹੋ ਗਈਆਂ, ਹਵਾਵਾਂ ਹੀ ਬਿਮਾਰ ਹੋ ਗਈਆਂ। ਰੱਬ ਦਾ ਹੀ ਰੂਪ ਜਿਹੜਾ ਰੁੱਖਾਂ ਤਾਈਂ ਪਾਲਦਾ, ਘਟਦਾ ਏ ਪੁੰਨ ਵਾਤਾਵਰਨ ਸੰਭਾਲਦਾ। ਰੱਬ ਦਾ ਹੀ ਰੂਪ ਜਿਹੜਾ ਰੁੱਖਾਂ ਤਾਈਂ ਪਾਲਦਾ, ਘਟਦਾ ਏ ਪੁੰਨ ਵਾਤਾਵਰਨ ਸੰਭਾਲਦਾ। ਰੁੱਖ ਰਹੇ ਨਾ ਮਨੁੱਖ ਵੀ ਨਹੀਂ ਰਹਿਣਾ, ਰੁੱਖ ਰਹੇ ਨਾ ਮਨੁੱਖ ਵੀ ਨਹੀਂ ਰਹਿਣਾ। ਰੁੱਤਾਂ ਹੀ ਖੁਆਰ ਹੋ ਗਈਆਂ, ਸਿਹਤਮੰਦ ਨੀ ਕਿਸੇ ਨੇ ਰਹਿਣਾ। ਹਵਾਵਾਂ ਹੀ ਬਿਮਾਰ ਹੋ ਗਈਆਂ, ਹਵਾਵਾਂ ਹੀ ਬਿਮਾਰ ਹੋ ਗਈਆਂ। ਸੋਚਾਂ ਦੀਆਂ ਸ਼ਾਖਾਂ ਤੇ ਵਿਗਿਆਨ ਵਾਲੇ ਆਲਣੇ, ਪਲ ਜਦੋਂ ਪੰਛੀਆਂ ਤੋਂ ਸੁੱਖ ਬੜੇ ਮਾਨਣੇ। ਸੋਚਾਂ ਦੀਆਂ ਸ਼ਾਖਾਂ ਤੇ ਗਿਆਨ ਵਾਲੇ ਆਲਣੇ, ਪਲ ਜਦੋਂ ਪੰਛੀਆਂ ਤੋਂ ਸੁੱਖ ਬੜੇ ਮਾਨਣੇ। ਹੱਦੋਂ ਵੱਧ ਕੇ ਦਵਾਈਆਂ ਅਤੇ ਖਾਦਾਂ, ਹੱਦੋਂ ਵੱਧ ਕੇ ਦਵਾਈਆਂ ਅਤੇ ਖਾਦਾਂ। ਮਨੁੱਖਤਾ ਤੇ ਵਾਰ ਹੋ ਗਈਆਂ, ਸਿਹਤਮੰਦ ਨੀ ਕਿਸੇ ਨੇ ਰਹਿਣਾ। ਹਵਾਵਾਂ ਹੀ ਬਿਮਾਰ ਹੋ ਗਈਆਂ, ਹਵਾਵਾਂ ਹੀ ਬਿਮਾਰ ਹੋ ਗਈਆਂ। ਪਾਣੀ ਗੰਦਾ ਹੋ ਗਿਆ, ਸਹਾਰਾ ਕਿਹੜਾ ਜੀਣ ਨੂੰ। ਹੰਝੂ ਪਛਤਾਵੇ ਵਾਲੇ ਰਹਿ ਜਾਣੇ ਪੀਣ ਨੂੰ। ਪਾਣੀ ਗੰਦਾ ਹੋ ਗਿਆ, ਸਹਾਰਾ ਕਿਹੜਾ ਜੀਣ ਨੂੰ। ਹੰਝੂ ਪਛਤਾਵੇ ਵਾਲੇ ਰਹਿ ਜਾਣੇ ਪੀਣ ਨੂੰ। ਰੱਬ ਰਹਿਮਤਾਂ ਕਰੂਗਾ ਜਗ ਵਾਲਿਆ, ਰੱਬ ਰਹਿਮਤਾਂ ਕਰੂਗਾ ਜਗ ਵਾਲਿਆ। ਜੇ ਆਪ ਜ਼ਿੰਮੇਵਾਰ ਹੋ ਗਿਆ, ਸਿਹਤਮੰਦ ਨੀ ਕਿਸੇ ਨੇ ਰਹਿਣਾ। ਹਵਾਵਾਂ ਹੀ ਬਿਮਾਰ ਹੋ ਗਈਆਂ, ਹਵਾਵਾਂ ਹੀ